ਕਿ ਕੀ ਕਾਰਨ ਲੱਗਦਾ ਵੀ ਵਾਈ ਅੰਮ੍ਰਿਤਸਰ ਹੈਜ਼ ਬੀਨ ਲੈਫਟ ਆਊਟ? ਇਹਦੇ ਵਿੱਚ ਕਾਰਨ ਦੋਵੇਂ ਪਾਸੇ ਹੀ ਨੇ ਜੀ। ਪਹਿਲੀ ਗੱਲ ਤੇ ਇਹ ਹੈ ਵੀ ਸ਼ਾਇਦ ਮੇਰੇ ਕੋਲ ਕੋਈ ਪੁਖਤਾ ਸਬੂਤ ਤੇ ਨਹੀਂ ਹੈ, ਪਰ ਜੋ ਮੈਨੂੰ ਲੱਗਦਾ ਹੈ ਕਿ ਕੈਨੇਡਾ ਨੇ ਲਿਖਤੀ ਤੌਰ ਤੇ ਅੰਮ੍ਰਿਤਸਰ ਮੰਗਿਆ ਹੀ ਨਹੀਂ, ਨਾ ਹੀ ਉਹਦੇ ਲਈ ਪੁਸ਼ ਕੀਤਾ। ਸਾਡੇ ਐਮਪੀ ਸਾਹਿਬਾਨ ਦੇ ਆਪਣੇ ਘਰ ਦੇ ਮਾਨਯੋਗ ਸੁਖ ਧਾਲੀਵਾਲ ਜੀ ਦੇ ਮਦਰ ਔਰ ਰਣਦੀਪ ਸਰਾਏ ਜੀ ਉਹਨਾਂ ਦੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਵੀ ਉੱਥੇ ਫਸੇ ਹੋਏ ਸਨ। ਉਹ ਸਾਰਾ ਮਾਹੌਲ ਜੋ ਹੈ ਉਹ ਲੰਘ ਗਿਆ ਤੇ ਇਹਨਾਂ ਨੂੰ ਉਹ ਸਾਰਾ ਭੁੱਲ ਗਿਆ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਐਮਪੀ ਸਾਹਿਬਾਨ ਜੋ ਹੈ ਇਹ ਕਿੰਨੀ ਕੁ ਦੇਰ ਹੋਰ ਚੁੱਪ ਰਹਿਣਗੇ, ਇਹ ਕਿਹਦੇ ਤੋਂ ਡਰ ਰਹੇ ਨੇ ਜਾਂ ਕਿਉਂ ਨਹੀਂ ਬੋਲ ਰਹੇ, ਇਹਦਾ ਜਵਾਬ ਐਮਪੀ ਸਾਹਿਬਾਨ ਹੀ ਦੇ ਸਕਦੇ ਆ। ਆਮ ਆਦਮੀ ਪਾਰਟੀ ਦੇ ਕੋਈ ਵੀ ਹਮਾਇਤੀ ਇਸ ਪ੍ਰੋਗਰਾਮ ਨੂੰ ਸੁਣਨ, ਉਹ ਸਰਕਾਰ ਤੱਕ, ਭਗਵੰਤ ਮਾਨ ਸਾਹਿਬ ਤੱਕ ਇਹ ਗੱਲ ਪਹੁੰਚਾਉਣ ਕਿ ਅੰਮ੍ਰਿਤਸਰ ਦਾ 에ਅਰਪੋਰਟ ਇੱਕ ਇੰਪੋਰਟੈਂਟ 에ਅਰਪੋਰਟ ਹੈ ਔਰ ਅਸੀਂ ਇਹ ਹੰਬਲਾ ਛੱਡਾਂਗੇ ਨਹੀਂ ਜਿੰਨਾ ਜਦ ਤੱਕ ਡਾਇਰੈਕਟ ਫਲਾਈਟ ਸ਼ੁਰੂ ਨਹੀਂ ਹੋ ਜਾਂਦੀ। ਇਹ ਮੇਰਾ ਵਾਅਦਾ ਹੈ। ਟੀਵੀ ਪੰਜਾਬ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸਾਥੀਓ, ਜਿਹੜੀਆਂ ਕੈਨੇਡਾ ਅਤੇ ਇੰਡੀਆ ਦੇ ਵਿਚਾਲੇ ਫਲਾਈਟਸ ਉੱਡਦੀਆਂ ਨੇ, ਉਸ ਦੇ ਲਈ ਜਿਹੜਾ ਸਮਝੌਤਾ ਹੋਇਆ ਹੈ ਉਹਨੂੰ ਰੀਸੈਂਟਲੀ ਐਕਸਪੈਂਡ ਕੀਤਾ ਗਿਆ। ਪਹਿਲਾਂ ਇਹ ਸੀ ਕਿ ਇੱਕ ਹਫ਼ਤੇ ਵਿੱਚ ਇੱਕ ਡੈਜਿਗਨੇਟਡ 에ਅਰਲਾਈਨ ਇੰਡੀਆ ਔਰ ਕੈਨੇਡਾ ਵਿਚਾਲੇ ਸਿਰਫ 35 ਫਲਾਈਟਾਂ ਹੀ ਉਡਾ ਸਕਦੀ ਸੀ। ਹੁਣ ਜਿਹੜਾ ਜਿੰਨੀਆਂ ਮਰਜ਼ੀ ਚਾਹੇ ਡੈਜਿਗਨੇਟਡ 에ਅਰਲਾਈਨ ਇੰਡੀਆ ਔਰ ਕੈਨੇਡਾ ਵਿਚਾਲੇ ਫਲਾਈਟਾਂ ਉਡਾ ਸਕਦੀ ਹੈ। ਇਸ ਨਾਲ ਕੀ ਹੋਏਗਾ, ਨੰਬਰ ਆਫ ਫਲਾਈਟਸ ਜ਼ਿਆਦਾ ਹੋਣਗੀਆਂ ਅਤੇ ਜਿਸ ਕਰਕੇ ਲੱਗਦਾ ਵੀ ਕਿਰਾਏ ਘਟਣਗੇ। ਪਰ ਜਿਹੜੇ ਪੰਜਾਬੀ ਕਮਿਊਨਿਟੀ ਦੇ ਲੋਕ ਨੇ ਕੈਨੇਡਾ 'ਚ ਵਸੇ ਹੋਏ, ਇਸ ਇਨੀਸ਼ੀਏਟਿਵ ਤੋਂ, ਇਸ ਡਿਸੀਜਨ ਤੋਂ ਬਹੁਤੇ ਖੁਸ਼ ਨਹੀਂ ਜਾਪਦੇ। ਉਹ ਇਸ ਕਰਕੇ ਕਿ ਸ਼ਾਇਦ ਅੰਮ੍ਰਿਤਸਰ ਨੂੰ ਇਹਦੇ 'ਚ ਇਨਕਲੂਡ ਨਹੀਂ ਕੀਤਾ ਗਿਆ। ਉਸ ਗੱਲ ਵਾਸਤੇ ਇਹ ਇਸ਼ੂ ਕੀ ਹੈ, ਇਹਦੇ ਕੀ ਰੈਪਰਕਸ਼ਨਸ ਨੇ, ਉਹਦੇ ਵਾਸਤੇ ਸਾਡੇ ਨਾਲ ਜੁੜੇ ਨੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਨਾਰਥ ਅਮਰੀਕਾ ਕੰਟੀਨੈਂਟ ਦੇ ਪ੍ਰਧਾਨ ਅਨੰਤਦੀਪ ਸਿੰਘ ਢਿੱਲੋਂ। ਅਨੰਤਦੀਪ ਸਿੰਘ ਢਿੱਲੋਂ ਉਹ ਰਾਜਧਾਨੀ ਵਿਕਟੋਰੀਆ ਤੋਂ, BC ਦੀ ਰਾਜਧਾਨੀ ਤੋਂ ਜੁੜੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਢਿੱਲੋਂ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਜੀ ਟੀਵੀ ਪੰਜਾਬ 'ਤੇ। ਸਤਿ ਸ੍ਰੀ ਅਕਾਲ ਮਾਨ ਸਾਹਿਬ ਤੇ ਟੀਵੀ ਪੰਜਾਬ ਵੇਖ ਰਹੇ ਸਾਰੇ ਸਰੋਤਿਆਂ ਨੂੰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਵੀ ਬਹੁਤ-ਬਹੁਤ ਦਿਲੀ ਦੁਆਵਾਂ ਤੇ ਸ਼ੁਭੇੱਛਾਵਾਂ। ਆਪ ਦਾ ਬਹੁਤ ਧੰਨਵਾਦ ਕਿ ਤੁਸੀਂ ਦਾ ਮੈਂ ਹੁਣੇ ਜ਼ਿਕਰ ਕੀਤਾ, ਬਲੂ ਸਕਾਈ ਪਾਲਿਸੀ ਦੇ ਤਹਿਤ ਦੋਨਾਂ ਜਿਹੜੀ ਕੈਨੇਡਾ ਔਰ ਅਮਰੀਕਾ ਨੇ ਆਪਣਾ ਐਕਸਪੈਂਡ ਕੀਤਾ ਹੈਗਾ ਇਹ ਫਲਾਈਟ ਦਾ ਜਿਹੜਾ ਨੰਬਰ ਹੈ, ਅਤੇ ਇਹਦੇ ਨਾਲ ਪੰਜਾਬੀ ਬਹੁਤੇ ਖੁਸ਼ ਨਹੀਂ ਜਾਪਦੇ। ਉਹਦੇ ਕੀ ਕਾਰਨ ਨੇ, ਉਹਦੇ ਬਾਰੇ ਦੱਸੋ ਜੀ। ਵੇਖੋ ਮਾਨ ਸਾਹਿਬ, ਇਹਦੇ ਕਾਰਨ ਜਿਹੜੇ ਨੇ ਸਿੱਧੇ ਨੇ। ਪਹਿਲੀ ਗੱਲ ਇਹ ਹੈ ਕਿ ਕੈਨੇਡਾ ਠੀਕ ਹੈ, ਬਲੂ ਸਕਾਈ ਪਾਲਿਸੀ ਜਿਹੜੀ ਇੰਡੀਆ ਦੀ ਓਪਨ ਸਕਾਈ ਪਾਲਿਸੀ ਹੈ ਤੇ ਇੱਧਰ ਇਹਨੂੰ ਬਲੂ ਸਕਾਈ ਪਾਲਿਸੀ ਕਹਿੰਦੇ ਆ। ਉਹਦੇ ਥੱਲੇ ਜੋ ਇੰਡੀਆ ਤੇ ਕੈਨੇਡਾ ਦੇ ਦੁਵੱਲੇ ਹਵਾਈ ਸੰਬੰਧ ਨੇ, ਉਹਨਾਂ ਦਾ ਜੋ ਸਮਝੌਤਾ ਲਾਸਟ ਟਾਈਮ ਅਪਡੇਟ ਹੋਇਆ ਸੀ 2011-12 ਦੇ ਵਿੱਚ, ਉਹਨੂੰ ਹੋਰ ਵਿਸਥਾਰ ਕੀਤਾ ਗਿਆ, ਪਰ ਉਹਦੇ 'ਚ ਕੁਝ ਨਵਾਂ ਕੱਢਿਆ ਪਾਇਆ ਨਹੀਂ ਗਿਆ। ਮੈਂ ਉਹਨੂੰ ਅੰਗਰੇਜ਼ੀ 'ਚ ਜੇ ਕਹੀਏ ਓਲਡ ਵਾਈਨ ਇਨ ਅ ਨਿਊ ਬੋਟਲ। ਸਿਰਫ ਜਿਹੜੇ 6 Tier 1 ਮੈਟਰੋ ਸਿਟੀਜ਼ ਆ ਉਹਨਾਂ ਦੇ ਨਾਂ ਇਹ ਸਮਝੌਤੇ 'ਚ ਪ੍ਰਤੱਖ ਤੌਰ 'ਤੇ ਪਾ ਦਿੱਤੇ ਗਏ ਹਨ ਵੀ ਜਿੱਥੇ ਫਲਾਈਟਸ ਚੱਲ ਸਕਦੀਆਂ ਨੇ ਕੈਨੇਡਾ ਤੋਂ, ਕੈਨੇਡਾ ਦੀਆਂ 에ਅਰਲਾਈਨਸ ਲੈ ਕੇ ਜਾ ਸਕਦੀਆਂ ਨੇ। Tier 2 ਸਿਟੀਜ਼ ਜਿਹੜੇ ਨੇ ਜਿੱਦਾਂ ਕਿ ਅੰਮ੍ਰਿਤਸਰ ਹੈ, ਉਹਨਾਂ ਦੇ ਨਾਂ ਕੋਈ ਵਿੱਚੋਂ ਐਕਸਕਲੂਡ ਹੀ ਰਹਿਣ ਦਿੱਤੇ ਗਏ ਨੇ। ਸਾਨੂੰ ਆਸ ਸੀਗੀ ਕਿ ਕਿਉਂਕਿ ਇਹ ਮਸਲਾ ਅਸੀਂ ਕੈਨੇਡਾ ਦੇ ਪਾਰਲੀਮੈਂਟ ਤੱਕ ਲੈ ਕੇ ਗਏ ਹਾਂ ਅਤੇ ਮਿਨਿਸਟਰ ਅਲ ਗਾਬਰਾ ਨੇ ਵੀ ਕਿਹਾ ਸੀ ਕਿ ਮੈਂ ਇਹਦੀ ਗੱਲਬਾਤ ਜੋ ਹੈ ਪਿੱਛੇ ਜੇ ਜਦੋਂ ਮਿਨਿਸਟਰ ਜੋਤੀਰਾਦਿੱਤਿਆ ਸਿੰਧੀਆ ਆਏ ਸਨ, ਉਹਨਾਂ ਦੇ ਨਾਲ ਮਿਨਿਸਟੀਰੀਅਲ ਲੈਵਲ ਗੱਲਬਾਤ ਹੋਈ ਅਤੇ ਸਾਨੂੰ ਆਸ ਸੀ ਕਿ ਜਦੋਂ ਵੀ ਹਵਾਈ ਸਮਝੌਤਿਆਂ ਦਾ ਵਿਸਥਾਰ ਹੋਏਗਾ ਅੰਮ੍ਰਿਤਸਰ ਦਾ ਨਾਮ ਵਿੱਚ ਪਾਇਆ ਜਾਏਗਾ। ਦੂਸਰੀ ਚੀਜ਼ ਜੋ ਹੈ, ਜੋ ਪਹਿਲਾਂ ਹਵਾਈ ਸਮਝੌਤਾ ਸੀ ਜਿਹਨੂੰ ਵਿਸਥਾਰ ਕੀਤਾ ਗਿਆ ਹੈ, ਉਹਦੇ ਵਿੱਚ 35 ਫਲਾਈਟਸ ਕੋਈ ਵੀ 에ਅਰਲਾਈਨ ਜੋ ਡੈਜਿਗਨੇਟਡ 에ਅਰਪੋਰਟ ਆ ਉਹਨਾਂ ਨੂੰ ਚਲਾ ਸਕਦੀਆਂ ਨੇ। ਹੁਣ ਉਹਨੂੰ ਵਿਸਥਾਰ ਕਰਕੇ ਅਨਲਿਮਿਟਿਡ ਕਰ ਦਿੱਤਾ ਗਿਆ। ਪਰ ਦੱਸਣ ਵਾਲੀ ਗੱਲ ਇਹ ਹੈ ਕਿ ਉਹ 35 ਫਲਾਈਟਾਂ 'ਚੋਂ ਸਿਰਫ 14 ਫਲਾਈਟਾਂ ਹੀ ਇਸ ਵੇਲੇ ਚੱਲ ਰਹੀਆਂ। ਸੋ ਸਾਨੂੰ ਨਹੀਂ ਲੱਗਦਾ ਕਿ ਅਨਲਿਮਿਟਿਡ ਫਲਾਈਟਸ ਕਰਨ ਨਾਲ ਕੋਈ ਬਹੁਤ ਜ਼ਿਆਦਾ ਫਾਇਦਾ ਹੋਏਗਾ, ਕਿਉਂਕਿ ਕੈਨੇਡਾ ਜੋ ਕੋਈ ਡੈਜਿਗਨੇਟਡ 에ਅਰਲਾਈਨ ਆ ਜੋ ਸਿੱਧੀ ਇੰਡੀਆ ਜਾਂਦੀ ਉਹ ਹੈ ਏਅਰ ਕੈਨੇਡਾ। ਬਾਕੀ 에ਅਰਲਾਈਨਸ ਜਾਂ ਯੂਰਪ ਜਾਂ ਮਿਡਲ ਈਸਟ ਦੇ ਥਰੂ ਹੋ ਕੇ ਇੰਡੀਆ ਜਾਂਦੀਆਂ। ਸੋ ਕੈਨੇਡਾ 'ਚੋਂ ਹੋਰ ਕੋਈ 에ਅਰਲਾਈਨ ਜੋ ਹੈ ਉਹ ਇੰਡੀਆ ਲਈ ਸਿੱਧੀਆਂ ਫਲਾਈਟਾਂ ਨਹੀਂ ਚਲਾ ਰਹੀ, ਅਤੇ ਇੰਡੀਆ ਦੀਆਂ 에ਅਰਲਾਈਨਸ ਜੋ ਹੈ ਉਹ ਇੰਡੀਆ 'ਚ ਕਿਸੇ ਵੀ 에ਅਰਪੋਰਟ ਤੋਂ ਜਿਹੜੇ ਡੈਜਿਗਨੇਟਡ ਨੇ, ਜਿਹਦੇ ਵਿੱਚ ਅੰਮ੍ਰਿਤਸਰ ਵੀ ਆ, ਉਹ ਫਲਾਈਟਾਂ ਕੈਨੇਡਾ ਲਈ ਚਲਾ ਸਕਦੀ ਆ।
ਤੇ ਮਿਨਿਸਟਰ ਸਾਹਿਬ ਨੇ ਸਾਨੂੰ ਅੱਗੇ ਵੀ ਕਿਹਾ ਸੀ ਕਿ ਕਿਉਂ ਨਾ ਤੁਸੀਂ ਆਪਣੇ ਮੁਲਕ ਦੀ ਇੰਡੀਆ ਦੀ 에ਅਰਲਾਈਨ ਨੂੰ ਪਹੁੰਚ ਕਰੋਗੇ ਉਹ ਫਲਾਈਟ ਜਿਹੜੀ ਆ ਉਹ ਚਲਾਉਣ। ਸੋ ਗੱਲ ਜਿਹੜੀ ਆ ਉਹ ਉੱਥੇ ਦੀ ਉੱਥੇ ਹੀ ਰਹੀ, ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ ਕਿ ਕੁਝ ਵੀ ਨਹੀਂ ਪੰਜਾਬੀਆਂ ਲਈ ਖਾਸ ਕਰਕੇ ਜੋ ਇੰਨੀ ਵੱਡੀ ਤਾਦਾਦ ਵਿੱਚ ਕੈਨੇਡਾ 'ਚ ਵੱਸਦੇ ਨੇ, ਮਿਲੀਅਨ ਤੋਂ ਉੱਤੇ ਨੇ, ਉਹਨਾਂ ਲਈ ਕੋਈ ਵੀ ਨਵਾਂ ਇਹਦੇ ਵਿੱਚ ਕੱਢਣ ਪਾਉਣ ਨੂੰ ਨਹੀਂ ਲੱਭਿਆ। ਢਿੱਲੋਂ ਸਾਹਿਬ, ਮੈਂ ਇਹਦੇ 'ਚ ਇਹ ਪੁੱਛਣਾ ਚਾਹੂੰਗਾ ਤੁਹਾਡੇ ਤੋਂ ਕਿ ਕੀ ਕਾਰਨ ਲੱਗਦਾ ਵੀ ਵਾਈ ਅੰਮ੍ਰਿਤਸਰ ਹੈਜ਼ ਬੀਨ ਲੈਫਟ ਆਊਟ? ਇਹਦੇ ਵਿੱਚ ਕਾਰਨ ਦੋਵੇਂ ਪਾਸੇ ਹੀ ਨੇ ਜੀ। ਪਹਿਲੀ ਗੱਲ ਤੇ ਇਹ ਹੈ ਵੀ ਸ਼ਾਇਦ ਮੇਰੇ ਕੋਲ ਕੋਈ ਪੁਖਤਾ ਸਬੂਤ ਤੇ ਨਹੀਂ ਹੈ, ਪਰ ਜੋ ਮੈਨੂੰ ਲੱਗਦਾ ਹੈ ਕਿ ਕੈਨੇਡਾ ਨੇ ਲਿਖਤੀ ਤੌਰ ਤੇ ਅੰਮ੍ਰਿਤਸਰ ਮੰਗਿਆ ਹੀ ਨਹੀਂ, ਨਾ ਹੀ ਉਹਦੇ ਲਈ ਪੁਸ਼ ਕੀਤਾ। ਹਾਂ, ਰਸਮੀ ਗੱਲਬਾਤ 'ਚ ਜ਼ਰੂਰ ਅੰਮ੍ਰਿਤਸਰ ਦਾ ਜ਼ਿਕਰ ਆਇਆ ਤੇ ਆਇਆ ਹੋਏਗਾ, ਪਰ ਕਹਿੰਦੇ ਨਾ ਪੰਜਾਬੀ 'ਚ ਮੰਗਿਆ ਤੇ ਮਾਂ ਵੀ ਦੁੱਧ ਨਹੀਂ ਦਿੰਦੀ। ਸੋ ਜੇ ਮੰਗਾਂਗੇ ਹੀ ਨਹੀਂ ਕੋਈ ਚੀਜ਼ ਤੇ ਕਿਵੇਂ ਮਿਲੇਗੀ? ਉਤੋਂ ਇੰਡੀਆ ਨੇ ਸ਼ਾਇਦ ਇਹਨਾਂ ਨੂੰ ਇਹ ਕਿਹਾ ਕਿ ਅਸੀਂ ਸਿਰਫ ਫਲਾਈਟਸ ਜੋ ਹੈ ਉਹ ਟੀਅਰ 1 ਸਿਟੀਜ਼ ਨੂੰ ਦੇਣੀਆਂ ਤੇ ਉੱਥੇ ਹੀ ਫਲਾਈਟਸ ਆਉਣ ਤੇ ਉੱਥੋਂ ਫਿਰ ਕਨੈਕਟ ਕਰਨ ਟੀਅਰ 2 ਜਾਂ ਟੀਅਰ 3 ਸਿਟੀਜ਼ ਨੂੰ। ਤੇ ਇਦਾਂ ਕਰਨ ਨਾਲ ਅੰਮ੍ਰਿਤਸਰ ਨੂੰ ਕੋਈ ਫਾਇਦਾ ਨਹੀਂ ਹੈ, ਕਿਉਂਕਿ ਅੱਗੇ ਹੀ ਕੈਨੇਡਾ ਤੋਂ ਤੁਰ ਕੇ ਸਵਾਰੀਆਂ ਖੱਜਲ ਹੋ ਕੇ ਪੰਜਾਬ ਵਿੱਚ ਪਹੁੰਚਦੀਆਂ, ਜਿਨ੍ਹਾਂ ਨੂੰ ਕਿ 24 ਘੰਟੇ ਤੋਂ ਵੱਧ ਸਮਾਂ ਲੱਗ ਜਾਂਦਾ ਆਪਣੇ ਪਿੰਡ, ਆਪਣੇ ਸ਼ਹਿਰ, ਆਪਣੇ ਘਰ ਪਹੁੰਚਣ ਲਈ। ਸੋ ਅੰਮ੍ਰਿਤਸਰ ਦੀ ਮੰਗ ਸਮੇਂ-ਸਮੇਂ ਇਸ ਕਰਕੇ ਉੱਠਦੀ ਰਹੀ ਹੈ ਕਿ ਪੰਜਾਬ ਵਿੱਚ ਸਭ ਤੋਂ ਜਿਹੜਾ ਵਾਇਬਲ 에ਅਰਪੋਰਟ ਆ, ਜਿੱਥੋਂ ਇੰਟਰਨੈਸ਼ਨਲ ਡਾਇਰੈਕਟ ਫਲਾਈਟ ਚੱਲ ਸਕਦੀਆਂ, ਪ੍ਰੂਵਨ ਹੈ ਜਿਹੜਾ, ਜਿੱਥੇ ਸਾਰੀਆਂ ਫੈਸਿਲਿਟੀਜ਼, ਰਨਵੇ, ਇੰਟਰਨੈਸ਼ਨਲ ਇਮੀਗ੍ਰੇਸ਼ਨ ਸਾਰਾ ਕੁਝ ਮੌਜੂਦ ਆ, ਉਹ ਅੰਮ੍ਰਿਤਸਰ ਹੈ। ਸਮੇਂ-ਸਮੇਂ ਚੰਡੀਗੜ੍ਹ ਦੀ ਮੰਗ ਵਿੱਚ ਉੱਠਦੀ ਰਹਿੰਦੀ ਆ, ਬਟ ਚੰਡੀਗੜ੍ਹ ਦੇ ਵਿੱਚ ਉਹ ਸਾਰੀਆਂ ਫੈਸਿਲਿਟੀਜ਼ ਜਿਵੇਂ ਕਿ ਕੈਟ 3 ਲੈਂਡਿੰਗ ਫੈਸਿਲਿਟੀ, ਲੰਬੀ ਰਨਵੇ, ਉਹ ਸਾਰਾ ਕੁਝ ਮੌਜੂਦ ਨਹੀਂ ਹੈ ਜੋ ਰੀਅਰ ਅਰਾਊਂਡ ਫਲਾਈਟ ਆਪਰੇਸ਼ਨਸ ਲਈ ਸਹਾਇਕ ਹੋ ਸਕਦਾ। ਸੋ ਅਸੀਂ ਜਿਹੜੀ ਗੱਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਜਿਹੜੀ ਗੱਲ ਕਰਦਾ, ਉਹ ਟੈਕਨੀਕਲ ਪੁਆਇੰਟਸ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਕਿ ਅੰਮ੍ਰਿਤਸਰ ਹੀ ਕਿਉਂ ਫਲਾਈਟਾਂ ਜਿਹੜੀਆਂ ਉਹਨਾਂ ਨੂੰ ਪਹਿਲਾਂ ਤਰਜੀਹ ਦਈਏ, ਫਿਰ ਅੰਮ੍ਰਿਤਸਰ ਨੂੰ ਜੇ ਫਲਾਈਟਾਂ ਚੱਲਣਗੀਆਂ ਉਹਦੇ ਵਿੱਚ ਉਹੀ ਜੋ ਫਲਾਈਟਾਂ ਦਾ ਨੰਬਰ ਹੈ, ਜੋ ਪੈਸੇਂਜਰ ਨੰਬਰ ਹੈ, ਉਹਨੂੰ ਦਿਖਾ ਕੇ 에ਅਰਲਾਈਨਾਂ ਨੂੰ ਉਹ ਚੀਜ਼ ਹੋਰ ਦੂਜੇ ਏਅਰਪੋਰਟਾਂ ਲਈ ਰੈਪਲੀਕੇਟ ਕੀਤੀ ਜਾ ਸਕਦੀ ਆ। ਬਟ ਉਸ ਚੀਜ਼ ਲਈ ਫੋਕਸ ਕਰਨਾ ਚਾਹੀਦਾ ਹੈ ਜਿੱਥੇ ਕੰਮ ਹੋ ਸਕਦਾ ਹੋਏ। ਮਿਨਿਸਟਰ ਸਾਹਿਬ ਅਲਗਾਬਰਾ ਜੀ ਨੇ ਜ਼ਰੂਰ ਕਿਹਾ ਕਿ ਅੰਮ੍ਰਿਤਸਰ ਦਾ ਰਾਹ ਪੱਧਰਾ ਹੋਏਗਾ, ਪਰ ਉਹ ਰਾਹ ਜਿਹੜਾ ਹੈ ਕਦੋਂ ਪੱਧਰਾ ਹੋਏਗਾ ਇਹਦੀ ਕੋਈ ਸਮਾਂ ਸੀਮਾ ਨਹੀਂ ਦਿੱਤੀ ਗਈ। ਤੇ ਦੂਸਰੀ ਗੱਲ ਇਹ ਹੈ ਵੀ ਕੈਨੇਡੀਅਨ 에ਅਰਲਾਈਨਸ ਵੀ ਆ ਜੋ ਜਿਵੇਂ ਕਿ ਜਿਹਦੇ ਵਿੱਚ ਖਾਸ ਤੌਰ ਤੇ 에ਅਰ ਕੈਨੇਡਾ, ਉਹ ਕੋਈ ਖਾਸ ਰੁਝਾਨ ਨਹੀਂ ਦਿਖਾਉਂਦੀ ਅੰਮ੍ਰਿਤਸਰ ਲਈ, ਹਾਲਾਂਕਿ ਸਾਰਾ ਕੁਝ ਮੌਜੂਦ ਹੈ। ਕਦੀ ਉਹ ਕਹਿੰਦੇ ਜੀ ਕਾਰਗੋ ਨਹੀਂ ਹੈ, ਕਦੀ ਕਹਿੰਦੇ ਬਿਜ਼ਨਸ ਕਲਾਸ ਪੈਸੇਂਜਰ ਨਹੀਂ ਹੈ। ਕੋਈ ਵੀ ਬੰਦਾ, ਲੇਮੈਨ ਵੀ ਵੈਂਕੂਵਰ 에ਅਰਪੋਰਟ ਤੇ ਜਾਂ ਟੋਰਾਂਟੋ 에ਅਰਪੋਰਟ ਤੇ ਜਾ ਕੇ ਖੜਾ ਹੋ ਜੇ ਇਹ ਉਹ ਰਿਵਿਊ ਕਰਨ ਲਈ ਕਿ ਜੋ 에ਅਰ ਕੈਨੇਡਾ ਦੀ ਫਲਾਈਟ ਚੱਲ ਰਹੀ ਆ, ਸੌਰੀ 에ਅਰ ਇੰਡੀਆ ਦੀ ਫਲਾਈਟਾਂ ਜੋ ਚੱਲ ਰਹੀਆਂ ਨੇ ਸਿੱਧੀਆਂ, ਉਹਨਾਂ ਦੇ ਵਿੱਚ ਕਿੰਨੇ ਪੰਜਾਬੀ ਟੋਰਾਂਟੋ ਅਤੇ ਵੈਂਕੂਵਰ ਤੋਂ ਜਾਂਦੇ ਜਿਨ੍ਹਾਂ ਦੀ ਫਾਈਨਲ ਪਹੁੰਚ ਜਿਹੜੀ ਆ ਉਹ ਪੰਜਾਬ 'ਚ, ਤੇ ਕਾਰਗੋ ਕਿੰਨੀ ਆਉਂਦੀ ਆ, ਤੇ ਬਿਜ਼ਨਸ ਕਲਾਸ ਪੈਸੇਂਜਰ ਤੇ ਫਸਟ ਕਲਾਸ ਪੈਸੇਂਜਰ ਜੋ ਕਿੰਨੇ ਜਾਂਦੇ ਆ। 에ਅਰਲਾਈਨ ਇਹ ਸਾਰਾ ਕੁਝ ਪਤਾ ਕਰਨ ਲਈ ਤਿਆਰ ਨਹੀਂ ਆ, ਉਹ ਬਸ ਇਹ ਚਾਹੁੰਦੇ ਆ ਕਿ ਸਾਰਾ ਕੁਝ ਪਲੇਟ 'ਚ ਪਾਇਆ ਮਿਲ ਜੇ, ਤੇ ਜਿੱਥੇ ਸੌਖਾ ਜਾ ਸਕਦੇ ਆ ਵੀ ਦਿੱਲੀ ਜਾ ਸਕਦੇ ਆ, ਅੱਗੇ 에ਅਰ ਇੰਡੀਆ ਨੂੰ ਪੈਸੇਂਜਰਸ ਅਸੀਂ ਦੇ ਦਈਏ ਕੋਡ ਸ਼ੇਅਰ ਦੇ ਅੰਡਰ, ਜਾਂ ਵਿਸਤਾਰਾ ਨੂੰ ਦੇ ਦਈਏ ਕਿ ਅੰਮ੍ਰਿਤਸਰ ਲੈ ਜਾਣ, ਭਾਵੇਂ ਪੈਸੇਂਜਰਸ ਨੂੰ 10 ਘੰਟੇ ਵੇਟ ਕਰਨਾ ਪਵੇ, ਭਾਵੇਂ 8 ਘੰਟੇ ਕਰਨਾ ਪਵੇ, ਇਹ ਉਹਨਾਂ ਦੀ ਪ੍ਰੋਬਲਮ ਨਹੀਂ ਆ। ਇਹ ਤੇ ਹੁਣ ਸਵਾਰੀਆਂ ਨੂੰ ਵੇਖਣਾ ਪਏਗਾ ਕਿ ਕਿਹੜੀ 에ਅਰਲਾਈਨ ਨੂੰ ਸਪੋਰਟ ਕਰਨਾ ਜਾਂ ਇਹਨਾਂ ਨੂੰ ਹਲੂਣਾ ਕਿੱਦਾਂ ਦੇਣਾ ਤਾਂ ਕਿ ਇਹ ਮੰਗ ਉਠਾ ਸਕਣ ਕਿ ਸਾਡਾ ਨਾਮ ਜਿਹੜਾ ਹੈ ਇਹ ਇਹਨਾਂ ਸ਼ਹਿਰਾਂ ਨੂੰ ਹੋਰ ਵਧਾਇਆ ਜਾਵੇ ਤਾਂ ਕਿ ਅਸੀਂ ਉੱਥੇ ਵੀ ਫਲਾਈਟਾਂ ਜੋ ਚਲਾ ਸਕੀਏ। ਅਸੀਂ ਆਪਣੇ ਵੱਲੋਂ ਮੰਗ ਉਠਾਈ ਹੈ, ਬਟ ਇਹ ਮੰਗ ਜੋ ਹੈ ਪੁਰਜ਼ੋਰ ਇਹਦਾ ਜ਼ੋਰ ਜੋ ਫੜਨ ਦਾ ਟਾਈਮ ਹੈ ਉਹ ਆਉਣਾ ਚਾਹੀਦਾ ਹੈ ਹੁਣ। ਇਹ ਢਿੱਲੋਂ ਸਾਹਿਬ, ਮੈਂ ਇਹਦੇ 'ਚ ਅੱਗੇ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਕਿ ਜਿਹੜਾ ਇਹਨਾਂ ਨੇ ਤੁਸੀਂ ਦੇਖੋ ਐਡੀ ਵੱਡੀ ਸਿਗਨੇਚਰ ਕੈਂਪੇਨ ਚਲਾਈ, ਉਸ ਦੇ ਬੇਸ 'ਤੇ ਇੱਕ ਇੱਥੋਂ ਐਬਸਪੋਰਟ ਦੇ MP ਨੇ ਉਹ ਮਾਮਲਾ ਉਠਾਇਆ ਪਾਰਲੀਮੈਂਟ ਦੇ ਵਿੱਚ। ਉਸ ਤੋਂ ਬਾਅਦ ਉਹ ਆਪਣੇ ਪੰਜਾਬੀ ਜਿਹੜੇ MP ਪੰਜਾਬੀ ਓਰੀਜਨ ਦੇ ਵੀ ਨਹੀਂ ਹੈਗੇ ਜਿਨ੍ਹਾਂ ਨੇ ਇਹ ਮਾਮਲਾ ਉਠਾਇਆ। ਉਸ ਤੋਂ ਬਾਅਦ ਰੂਬੀ ਸਹੂਤਾ ਉਹਨਾਂ ਨੇ ਸ਼ਾਇਦ ਇਕੱਲੇ ਹੀ MP ਨੇ ਜਿਨ੍ਹਾਂ ਨੇ ਮਾਮਲਾ ਪਾਰਲੀਮੈਂਟ 'ਚ ਉਠਾਇਆ। ਉਸ ਦੇ ਬਾਅਦ ਵੀ ਇਹ ਕੈਨੇਡੀਅਨ ਗੌਰਮੈਂਟ ਨੇ ਕਿਉਂ ਨਹੀਂ ਇਹ ਇਗਨੋਰ ਕਰਤਾ ਇਹ ਜਿਹੜਾ ਆਸਪੈਕਟ ਹੈਗਾ, ਜਿਹੜੀ ਡਿਮਾਂਡ ਹੈਗੀ ਹੈ ਪੰਜਾਬੀਆਂ ਦੀ, ਉਹਦੇ ਬਾਰੇ ਕੀ ਲੱਗਦਾ ਤੁਹਾਨੂੰ? ਉਹਦੇ ਬਾਰੇ ਇਹੀ ਲੱਗਦਾ ਕਿ ਸ਼ਾਇਦ ਇੰਡੀਆ ਨੇ ਅੰਮ੍ਰਿਤਸਰ ਬਾਰੇ ਕੋਈ ਪੁਸ਼ਬੈਕ ਕੀਤਾ ਹੋਵੇਗਾ ਤੇ ਕੈਨੇਡਾ ਨੇ ਵੀ ਆਪਣਾ ਜਿਹੜਾ ਫੋਰਸਫੁਲੀ ਆਪਣਾ ਕੇਸ ਨਹੀਂ ਰੱਖਿਆ, ਕਿਉਂਕਿ ਇਸ ਵੇਲੇ ਇੰਡੀਆ ਤੇ ਕੈਨੇਡਾ ਦੀਆਂ ਟ੍ਰੇਡ ਨੈਗੋਸ਼ੀਏਸ਼ਨਸ ਚੱਲ ਰਹੀਆਂ ਨੇ ਟ੍ਰੇਡ ਡੀਲ ਲਈ, ਤੇ ਸ਼ਾਇਦ ਕੈਨੇਡਾ ਆਪਣੇ ਜਿਹੜੇ ਟ੍ਰੇਡ ਡੀਲ ਦੇ ਪ੍ਰੋਸਪੈਕਟਸ ਨੇ ਉਹਨਾਂ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ ਕਿ ਇੰਡੀਆ ਕੋਈ ਪੁਸ਼ਬੈਕ ਜਿਹੜੀ ਆ ਉਹ ਕਰੇ।
ਤੇ ਇੰਡੀਆ ਦੀ ਜੋ ਪਾਲਿਸੀ ਹੈਗੀ ਆ ਉਦਾਂ ਦੇ ਕਹਿੰਦੇ ਓਪਨ ਸਕਾਈ ਪਾਲਿਸੀ ਆ, ਬਟ ਉਹ ਪਹਿਲੇ ਹੀ ਟੀਅਰ 1 ਏਅਰਪੋਰਟਸ ਜਿਹੜੇ ਮੈਟਰੋਜ਼ ਨੇ, ਦਿੱਲੀ, ਮੁੰਬਈ, ਚੇन्नई, ਕਲਕੱਤਾ, ਹੈਦਰਾਬਾਦ, ਬੈਂਗਲੁਰੂ, ਉਹਨਾਂ ਨੂੰ ਹੀ ਪ੍ਰਮੋਟ ਕਰਦੇ ਨੇ ਮੇਨ। ਸੋ ਇਸ ਕਰਕੇ ਸ਼ਾਇਦ ਉਹਨਾਂ ਵੱਲੋਂ ਵੀ ਪੁਸ਼ਬੈਕ ਜੋ ਹੋਇਆ, ਤੇ ਇਹਨਾਂ ਨੇ ਵੀ ਕੋਈ ਲਿਖਤੀ ਤੌਰ ਤੇ, ਜਿਵੇਂ ਕਿ ਮੈਂ ਅੱਗੇ ਹੀ ਕਿਹਾ ਕਿ ਮਾਂ ਦੇ ਮੰਗਿਆਂ ਵੀ ਦੁੱਧ ਨਹੀਂ ਦਿੰਦੀ, ਇਦਾਂ ਹੀ ਇਹ ਸਾਡਾ ਜਿਹੜੇ ਮੁਲਕ ਦੇ ਜਿਹੜੇ ਸੁਹਿਰਦ ਸਾਡੇ ਲੀਡਰ ਨੇ, ਇਹਨਾਂ ਨੇ ਸ਼ਾਇਦ ਕੋਈ ਇੰਨਾ ਸੁਹਿਰਦਤਾ ਨਾਲ ਉਹ ਆਪਣਾ ਮਸਲਾ ਜਿਹੜਾ ਉੱਥੇ ਨਹੀਂ ਰੱਖਿਆ, ਕਿਉਂਕਿ ਇਹਨਾਂ ਲਈ ਜ਼ਰੂਰੀ ਨਹੀਂ ਹੈ। ਇਦਾਂ ਸੋਚਦੇ ਆ ਕਿ ਇੱਥੋਂ ਜਹਾਜ਼ ਤੇ ਚੜ੍ਹ ਕੇ ਦਿੱਲੀ ਚੱਲ ਜਾਓ ਤੇ ਦਿੱਲੀ ਤੋਂ ਅੱਗੇ ਪੰਜਾਬ ਚੱਲ ਜਾਓ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹਦੇ 'ਚ ਖੱਜਲ ਖੁਆਰੀ ਕਿੰਨੀ ਹੁੰਦੀ ਆ। ਇਹਨਾਂ ਨੂੰ ਇਸ ਚੀਜ਼ ਨਾਲ ਇਦਾਂ ਸਮਝਾਇਆ ਜਾ ਸਕਦਾ ਜਿੱਦਾਂ ਬੰਦੇ ਨੇ, ਕਿਸੇ ਨੇ ਕੈਲਗਰੀ ਜਾਣਾ ਹੋਏ ਤੇ ਉਹਨੂੰ 12 ਘੰਟੇ ਟੋਰਾਂਟੋ ਬਹਿਣਾ ਪਏ, ਫਿਰ ਉਹਨੂੰ ਸਮਝ ਆਏਗੀ ਕਿ ਕਿੱਦਾਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਿਆ ਜਾਂਦਾ ਤੇ ਰਾਹ 'ਚ ਖੱਜਲ ਖੁਆਰੀ ਕਿੰਨੀ ਹੁੰਦੀ ਆ। ਢਿੱਲੋਂ ਸਾਹਿਬ, ਇਹਦੇ 'ਚ ਜਿਹੜੇ ਦੂਸਰੇ ਐਮਪੀ ਨੇ, ਰੂਬੀ ਸੋਹਤਾ ਨੇ, ਚਲੋ ਉਹਨਾਂ ਨੇ ਤੁਹਾਡੀ ਮੀਟਿੰਗ ਵੀ ਮੰਤਰੀ ਨਾਲ ਉਦੋਂ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਸਾਰਾ ਕੀਤਾ। ਉਸ ਤੋਂ ਇਲਾਵਾ ਮੈਂ ਹੋਰ ਕਿਸੇ ਐਮਪੀ ਦੇ ਬਾਰੇ ਨਹੀਂ ਸੁਣਿਆ ਕਿ ਉਹਨੇ ਇਸ ਇਸ਼ੂ 'ਤੇ ਕੋਈ ਇਨੀਸ਼ੀਏਟਿਵ ਲਿਆ ਹੋਵੇ। ਹਾਲਾਂਕਿ ਸਾਡੇ 10-12 ਐਮਪੀ ਪੰਜਾਬੀ ਕਮਿਊਨਿਟੀ ਦੇ ਹੈਗੇ ਨੇ ਕੈਨੇਡਾ ਦੇ ਵਿੱਚ, ਉਹਦੇ ਬਾਰੇ ਕੀ ਸੋਚਦੇ ਹੋ? ਮੈਨੂੰ ਕਈ ਵਾਰੀ ਸੋਚ ਕੇ ਬੜੀ ਨਮੋਸ਼ੀ ਹੁੰਦੀ ਹੈ ਜੀ। ਜ਼ਰੂਰੀ ਨਹੀਂ ਹੈ ਕਿ ਉਹ ਪੰਜਾਬੀ ਐਮਪੀ ਨੇ ਤੇ ਪੰਜਾਬੀਆਂ ਦੇ ਹੀ ਮਸਲੇ ਉਠਾਉਣ, ਬਟ ਜਿਹੜਾ ਇੰਪੋਰਟੈਂਟ ਮਸਲਾ ਹੈ, ਹੁਣ ਤੁਸੀਂ ਵੇਖੋ ਕਿ ਜਦੋਂ ਇਹ ਸਾਡੇ ਕੋਲ ਡਾਟਾ ਮੌਜੂਦ ਹੈ ਹੁਣ ਕਿ ਪੰਜਾਬੀ ਜਿਹੜੇ ਨੇ ਕਿੰਨਾ ਟਰੈਵਲ ਕਰਦੇ। ਜਦੋਂ ਕੋਵਿਡ ਕਾਰਨ ਲੋਕਡਾਊਨ ਹੋਇਆ, 70,000 ਦੇ ਜ਼ਿਆਦਾ ਬੰਦੇ ਨੇ ਇੰਡੀਆ ਦੇ ਵਿੱਚ ਰਜਿਸਟਰ ਕੀਤਾ ਇੰਡੀਅਨ ਐਮਬੈਸੀ ਦੇ ਨਾਲ, ਇੰਡੀਆ ਦੇ ਵਿੱਚ ਕੈਨੇਡਾ ਦੀ ਐਮਬੈਸੀ ਦੇ ਨਾਲ, ਔਰ ਉਹਨਾਂ ਚੋਂ ਬਹੁਤ ਸਾਰੇ ਬੰਦੇ, ਉਹਨਾਂ ਨੇ ਇਹ ਕਿਹਾ ਕਿ ਫਲਾਈਟਾਂ ਅੰਮ੍ਰਿਤਸਰੋਂ ਚਲਾਓ ਤੇ ਅਸੀਂ ਅੰਮ੍ਰਿਤਸਰੋਂ ਸਿੱਧਾ ਆਉਣਾ ਚਾਹਾਂਗੇ। ਔਰ ਉਹਦੇ ਵਿੱਚ ਕੈਨੇਡੀਅਨ ਗਵਰਨਮੈਂਟ ਨੂੰ ਕਤਰ ਏਅਰਵੇਜ਼ ਦੇ ਨਾਲ ਅਰੇਂਜ ਕਰਨਾ ਪਿਆ, ਕਿਉਂਕਿ ਏਅਰ ਕੈਨੇਡਾ ਨੇ ਨਾ ਕਰਤੀ ਫਲਾਈਟਸ ਬਾਹਰਲੇ ਮੁਲਕ ਚੋਂ ਉਹਨਾਂ ਦੇ ਜੋ ਸੀਗੇ ਪਾਇਲਟ ਕਿ ਕੋਵਿਡ ਦੇ ਟਾਈਮ ਤੇ ਅਸੀਂ ਨਹੀਂ ਫਲਾਈ ਕਰਨਾ, ਤੇ ਕੈਨੇਡੀਅਨ ਗਵਰਨਮੈਂਟ ਨੇ ਕਤਰ ਏਅਰਵੇਜ਼ ਦੇ ਨਾਲ ਕੰਟਰੈਕਟ ਕਰਕੇ ਤੇ ਫਲਾਈਟਾਂ ਅੰਮ੍ਰਿਤਸਰ ਤੋਂ ਸਿੱਧੀਆਂ ਟੋਰਾਂਟੋ ਅਤੇ ਵੈਨਕੂਵਰ ਲੈ ਕੇ ਆਏ। ਔਰ ਉਹ ਡਾਟਾ ਮੌਜੂਦ ਹੈ ਕਿ ਕਿੰਨੇ ਲੋਕ ਆਏ, ਕਿੰਨਿਆਂ ਨੇ ਰਜਿਸਟਰ ਕੀਤਾ। ਸਾਡੇ ਐਮਪੀ ਸਾਹਿਬਾਨ ਦੇ ਆਪਣੇ ਘਰ ਦੇ, ਮਾਨਯੋਗ ਸੁਖ ਧਾਲੀਵਾਲ ਜੀ ਦੇ ਮਦਰ ਔਰ ਰਣਦੀਪ ਸਰਾਏ ਜੀ ਉਹਨਾਂ ਦੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਵੀ ਉੱਥੇ ਫਸੇ ਹੋਏ ਸਨ। ਉਹ ਸਾਰਾ ਮਾਹੌਲ ਜੋ ਹੈ ਉਹ ਲੰਘ ਗਿਆ ਤੇ ਇਹਨਾਂ ਨੂੰ ਉਹ ਸਾਰਾ ਭੁੱਲ ਗਿਆ ਕਿ ਉੱਥੋਂ ਕੀ ਲੋੜ ਆ, ਪੰਜਾਬ ਚੋਂ ਜਾਂ ਅੰਮ੍ਰਿਤਸਰ ਤੋਂ ਫਲਾਈਟਾਂ ਦੀ ਸਿੱਧੀਆਂ ਦੀ ਕੀ ਲੋੜ ਆ। ਰੂਬੀ ਸੋਹਤਾ ਬਿਲਕੁਲ ਇਸ ਗੱਲ ਲਈ ਬੜੇ ਸੁਹਿਰਦ ਨੇ, ਪੂਰੀ ਉਹਨਾਂ ਨੇ ਸਪੋਰਟ ਦਿੱਤੀ ਔਰ ਉਹ ਰੀਚ ਆਊਟ ਕੀਤਾ। ਉਹਨਾਂ ਨੇ ਜਦੋਂ ਬ੍ਰੈਡਵੇਜ਼ ਨੇ ਉਹਨਾਂ ਨੂੰ ਰੀਚ ਆਊਟ ਕੀਤਾ, ਔਰ ਰੀਚ ਆਊਟ ਵਾਪਸ ਉਹਨਾਂ ਨੂੰ ਕੀਤਾ ਕਿ ਮੈਂ ਤੁਹਾਨੂੰ ਸਪੋਰਟ ਦੇਣੀ ਆ, ਬਟ ਉਹਨਾਂ ਦੀਆਂ ਆਪਣੀਆਂ ਪਾਰਟੀ ਲਿਮਿਟੇਸ਼ਨਸ ਨੇ। ਔਰ ਰੂਬੀ ਸੋਹਤਾ ਇਸ ਚੀਜ਼ 'ਚ ਵੀ ਸੁਹਿਰਦ ਨੇ। ਮੈਨੂੰ ਇਸ ਗੱਲ ਦੀ ਵੀ ਨਮੋਸ਼ੀ ਹੁੰਦੀ ਦੂਸਰੇ ਐਮਪੀਆਂ ਨੂੰ ਕਿ ਇਹਨਾਂ ਨੇ ਕੋਈ ਇਨੀਸ਼ੀਏਟਿਵ ਨਹੀਂ ਲਿਆ, ਕੋਈ ਹਾਂ ਦਾ ਨਾਰਾ ਨਹੀਂ ਮਾਰਿਆ। ਆਪਣੇ ਲੈਵਲ ਤੇ ਸ਼ਾਇਦ ਕੁਝ ਮੀਟਿੰਗ ਕੀਤੀਆਂ ਹੋਣਗੀਆਂ, ਨਾ ਸਾਨੂੰ ਕਦੇ ਇਨਵਾਈਟ ਕੀਤਾ, ਨਾ ਕਿਸੇ ਏਅਰਲਾਈਨ ਨੂੰ ਕਦੀ ਚਿੱਠੀ ਲਿਖੀ। ਇਹਨਾਂ ਨੂੰ ਅਸੀਂ ਇੱਥੋਂ ਤੱਕ ਬੇਨਤੀ ਕੀਤੀ ਕਿ ਏਅਰ ਕੈਨੇਡਾ ਨੂੰ ਆਪਣੇ ਲੈਵਲ ਤੇ ਚਿੱਠੀ ਲਿਖੋ ਔਰ ਸਾਨੂੰ ਮੀਟਿੰਗ 'ਚ ਬੁਲਾਓ ਤਾਂ ਕਿ ਅਸੀਂ ਟੈਕਨੀਕਲ ਪੁਆਇੰਟ ਦੱਸ ਸਕੀਏ। ਹੁਣ ਤੱਕ ਨਾ ਇਹਨਾਂ ਨੇ ਇੱਕ ਏਅਰ ਇੰਡੀਆ ਨੂੰ ਜਾਂ ਕਿਸੇ ਹੋਰ ਏਅਰਲਾਈਨ ਨੂੰ ਵੀ ਕਦੀ ਕੋਈ ਚਿੱਠੀ ਨਹੀਂ ਲਿਖੀ ਕਿ ਇਹ ਇੱਕ ਇੰਪੋਰਟੈਂਟ ਮਸਲਾ ਹੈ। ਨੋ ਡਾਊਟ ਏਅਰਲਾਈਨਾਂ ਫਲਾਈਟਸ ਜੋ ਨੇ ਉਹ ਆਪਣਾ ਇੱਕ ਕਮਰਸ਼ੀਅਲ ਉਹਦਾ ਵੇਖਦੀਆਂ ਨੇ ਪੱਖ ਕਿ ਇੱਥੋਂ ਫਲਾਈਟ ਚਲਾਈ ਜਾਣੀ ਕਿ ਨਹੀਂ ਚਾਹੀਦੀ, ਬਟ ਜੋ ਐਮਪੀ ਸਾਹਿਬਾਨ ਨੇ, ਇਹ ਮੈਂ ਦੱਸਣਾ ਇੱਥੇ ਜ਼ਰੂਰੀ ਸਮਝਾਂਗਾ ਕਿ ਜੇ ਇਹ ਕਹਿਣਗੇ ਅਸੀਂ ਇਹਨਾਂ ਡਿਸੀਜਨਸ ਨੂੰ ਇਨਫਲੂਐਂਸ ਨਹੀਂ ਕਰ ਸਕਦੇ, ਇਹੋ ਹੀ ਚੀਜ਼ ਐਮਪੀ ਸਾਹਿਬਾਨ ਨੇ ਯੂਕੇ ਦੇ ਵਿੱਚ ਵੀ ਕੀਤੀ। ਇੱਕ ਕੈਂਪੇਨ, ਸਾਂਝੀ ਕੈਂਪੇਨ ਉਹਨਾਂ ਨੇ ਚਲਾਈ ਔਰ ਏਅਰਲਾਈਨਸ ਨੂੰ ਲਿਖਿਆ, ਏਅਰਪੋਰਟਸ ਨਾਲ ਗੱਲਬਾਤ ਕੀਤੀ ਔਰ ਉਹਦੇ ਵਿੱਚ ਸਫਲਤਾ ਮਿਲੀ। ਇੰਡੀਆ ਦੇ ਐਮਪੀਜ਼ ਦੇ ਨਾਲ ਗੁਰਜੀਤ ਔਜਲਾ ਜੀ ਨਾਲ ਕੋਆਰਡੀਨੇਟ ਕੀਤਾ, ਹੋਰ ਵੀ ਜਿਹੜੇ ਪੰਜਾਬੀ ਮੂਲ ਦੇ ਜਾਂ ਪੰਜਾਬ ਦੇ ਐਮਪੀ ਸੀਗੇ ਉਹਨਾਂ ਦੇ ਨਾਲ ਉਹਨਾਂ ਨੇ ਕੋਆਰਡੀਨੇਟ ਕੀਤਾ। ਟੈਨ ਢੇਸੀ ਜੀ ਨੇ ਤੇ ਪ੍ਰੀਤ ਕੌਰ ਗਿੱਲ ਜੀ ਨੇ। ਤੇ ਉੱਥੇ ਜਦੋਂ ਪਾਰਲੀਮੈਂਟਰੀ ਕੈਂਪੇਨ ਚੱਲ ਸਕਦੀ ਹੈ ਤੇ ਕੈਨੇਡਾ ਕੋਈ ਹੋਰ ਵੱਖਰਾ ਡੈਮੋਕ੍ਰੈਟਿਕ ਮੁਲਕ ਤੇ ਨਹੀਂ ਹੈ ਜਿਹਦੇ ਵਿੱਚ ਇਹੋ ਜੀ ਪਾਰਲੀਮੈਂਟਰੀ ਕੈਂਪੇਨ ਨਹੀਂ ਚਲਾਈ ਜਾ ਸਕਦੀ। ਸਰਕਾਰ ਤੋਂ ਬਾਹਰ ਬੈਠੇ ਐਮਪੀ ਬ੍ਰੈਡਵੇਸ ਸਾਡੀ ਗੱਲ ਨੂੰ ਸਮਝ ਸਕਦੇ ਆ, ਤੇ ਜਿਹੜੇ ਸਰਕਾਰ ਜਿਨ੍ਹਾਂ ਦੀ ਹੈ ਉਹਨਾਂ ਦੇ ਐਮਪੀ ਸਾਹਿਬਾਨ ਨੂੰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਕਿਉਂ ਨਹੀਂ ਸਮਝ ਆਉਂਦੀ ਗੱਲ ਕਿ ਇਹ ਮੁੱਦਾ ਇੰਨਾ ਇੰਪੋਰਟੈਂਟ ਹੈ। ਇਹ ਪੋਪੂਲੇਸ਼ਨ ਜਿਹੜੀ ਹੈ ਪੰਜਾਬੀ ਡਾਇਸਪੋਰਾ ਹੈ, ਉਹ ਆਪਣੇ ਘਰਾਂ ਨੂੰ ਆਰਾਮ ਨਾਲ ਪਹੁੰਚਣੀ ਚਾਹੁੰਦੀ ਹੈ। ਪਿਛਲੇ ਸਮੇਂ ਦੇ ਵਿੱਚ ਕਈ ਹਾਲਾਤ ਇਹੋ ਜਿਹੇ ਬਣੇ ਕਿ ਹਰਿਆਣੇ ਦੇ ਵਿੱਚ ਕੁਝ ਘਟਨਾਵਾਂ ਹੋਈਆਂ ਪਰਿਵਾਰਾਂ ਦੇ ਨਾਲ, ਕੁਝ ਦੁੱਖ ਭਰੀਆਂ ਕੁਝ ਵਾਪਰਿਆ। ਕਾਫੀ ਸਾਰੇ ਲੋਕਾਂ ਦੇ ਜਿਹੜੇ ਪਰਿਵਾਰਾਂ ਨੂੰ ਨੁਕਸਾਨ ਹੋਇਆ ਕਿ ਰਾਹ 'ਚ ਦਿੱਲੀ ਤੋਂ ਪੰਜਾਬ ਜਾਂਦੇ ਆ ਰਾਹ 'ਚ ਐਕਸੀਡੈਂਟ ਹੋ ਜਾਂਦੇ ਆ।
ਉਹਦੀ ਭਰਪਾਈ ਕੌਣ ਕਰੇਗਾ? ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਐਮਪੀ ਸਾਹਿਬਾਨ ਜੋ ਹੈ ਇਹ ਕਿੰਨੀ ਕੁ ਦੇਰ ਹੋਰ ਚੁੱਪ ਰਹਿਣਗੇ, ਇਹ ਕਿਹਦੇ ਤੋਂ ਡਰ ਰਹੇ ਨੇ ਜਾਂ ਕਿਉਂ ਨਹੀਂ ਬੋਲ ਰਹੇ, ਇਹਦਾ ਜਵਾਬ ਐਮਪੀ ਸਾਹਿਬਾਨ ਹੀ ਦੇ ਸਕਦੇ ਆ। ਢਿੱਲੋਂ ਸਾਹਿਬ, ਜਿਹੜੇ ਕਿਉਂਕਿ ਬਾਈਲੇਟਰਲ ਇਸ਼ੂ ਹੈ ਦੋਨਾਂ ਕੰਟਰੀਆਂ ਦਾ, ਤੇ ਜਿਹੜੇ ਪੰਜਾਬ ਦੇ ਉੱਥੇ ਐਮਪੀ ਨੇ ਆਪਣੇ, ਉਹ ਕੀ ਇਹ ਮਾਮਲਾ ਪਾਰਲੀਮੈਂਟ 'ਚ ਉਠਾ ਰਹੇ ਨੇ ਸੁਹਿਰਦਤਾ ਨਾਲ ਪੂਰੀ ਨਾਲ ਕਿ ਨਹੀਂ? ਜਿੱਥੋਂ ਤੱਕ ਮੈਨੂੰ ਪਤਾ ਹੈ ਜੀ, ਆਪਣਾ ਐਮਪੀ ਗੁਰਜੀਤ ਔਜਲਾ ਨੇ ਇਹ ਮਸਲਾ ਜੋ ਹੈ ਪਾਰਲੀਮੈਂਟ 'ਚ ਉਠਾਇਆ। ਫਿਰ ਉਹਨਾਂ ਨੇ ਪਰਸਨਲ ਮੀਟਿੰਗ ਵੀ ਕੀਤੀ ਜੋਤਿਰਾਦਿੱਤਿਆ ਸਿੰਧੀਆ ਦੇ ਨਾਲ, ਪਰ ਇੱਕ ਕੋਆਰਡੀਨੇਸ਼ਨ ਦੀ ਲੈਕ ਹੈ। ਮੈਂ ਸਮਝਦਾ ਕਿ ਕੈਨੇਡੀਅਨ ਐਮਪੀਜ਼ ਜੋ ਨੇ ਉਹ ਇੰਡੀਅਨ ਐਮਪੀਜ਼ ਜਾਂ ਜਿਹੜੇ ਵੀ ਪੰਜਾਬੀ ਡਾਇਸਪੋਰਾ ਦੀ ਸਪੋਰਟ ਕਰਦੇ ਨੇ, ਬੀਜੇਪੀ ਦੇ ਵੀ ਐਮਪੀਜ਼ ਜਾਂ ਮਿਨਿਸਟਰ ਨੇ, ਉਹਨਾਂ ਤੱਕ ਪਹੁੰਚ ਕਰਨ। ਤੇ ਇਹਨਾਂ ਨੂੰ ਜੇ ਕੋਈ ਗਵਰਨਮੈਂਟ ਦੀ ਪਰਮਿਸ਼ਨ ਲੈਣੀ ਹੈ, ਕਿਉਂਕਿ ਜੇ 1-to-1 ਡਾਇਲੌਗ ਵਧੇਗਾ ਤੇ ਉਹਦੇ ਨਾਲ ਇੰਡੀਆ ਨੂੰ ਵੀ ਚੰਗਾ ਲੱਗੇਗਾ ਔਰ ਇੰਡੀਆ ਓਪਨ ਅਪ ਕਰੇਗਾ। ਤੇ ਮੈਂ ਕਹਿੰਦਾ ਵੀ ਮੇਰੀ ਸਮਝ ਦੇ ਮੁਤਾਬਕ ਇਹ ਇਹਨਾਂ ਦੇ ਟ੍ਰੇਡ ਡੀਲ ਨੂੰ ਸਿਰੇ ਚੜਾਉਣ ਦੇ ਵਿੱਚ ਵੀ ਇੱਕ ਚੰਗਾ ਰੋਲ ਨਿਭਾਏਗਾ ਕਿ ਜਦੋਂ ਇਹਨਾਂ ਦਾ ਆਪਸ ਦੇ ਵਿੱਚ ਡਾਇਲੌਗ ਵਧੇਗਾ, ਇਹ ਆਪਸ ਦੇ ਵਿੱਚ ਗੱਲਬਾਤ ਕਰਨਗੇ, ਸ਼ਾਇਦ ਕੋਈ ਆਪਸ ਦੇ ਵਿੱਚ ਖਟਾਸ ਜਿਹਾ ਪੈ ਗਈ ਹੈ ਕੁਝ ਪਿਛਲੇ ਸਮੇਂ ਦੇ ਵਿੱਚ। ਮੈਂ ਇਸ ਬਾਰੇ ਕੋਈ ਪ੍ਰਤੱਖ ਤੌਰ ਤੇ ਤਾਂ ਨਹੀਂ ਕਹਿ ਸਕਦਾ, ਪਰ ਜੋ ਲੱਗਦਾ ਹੈ ਕਿ ਸ਼ਾਇਦ ਕੋਈ ਆਪਸੀ ਸਬੰਧਾਂ ਦੇ ਵਿੱਚ ਕੋਈ ਖਟਾਸ ਪਈ ਹੋਏ ਕਿਸੇ ਕਾਰਨ ਕਰਕੇ। ਜਦੋਂ ਆਪਸੀ ਗੱਲਬਾਤ ਜੋ ਹੈ ਉਹਨੂੰ ਚੰਗੇ ਤੌਰ ਤੇ ਕਰਾਂਗੇ ਤੇ ਉਹ ਦੂਰ ਹੋ ਸਕਦੀ ਹੈ। ਢਿੱਲੋਂ ਸਾਹਿਬ, ਜਿਹੜੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ, ਉਹ ਵੀ ਮੈਂਬਰ ਪਾਰਲੀਮੈਂਟ ਨੇ, ਉਹ ਕਹਿੰਦੇ ਅਸੀਂ ਪੰਜਾਬ ਪ੍ਰਤੀ ਬਹੁਤ ਸੁਹਿਰਦ ਹੈ, ਪੰਜਾਬ ਦੇ ਇਸ਼ੂਜ਼ ਪ੍ਰਤੀ। ਉਹਨਾਂ ਨੇ ਕਦੀ ਇਹ ਮਸਲਾ ਉਠਾਇਆ ਪਾਰਲੀਮੈਂਟ 'ਚ? ਉਹ ਵੀ ਨਮੋਸ਼ੀ ਦੇ ਪਾਤਰ ਹੀ ਨਹੀਂ ਜੀ। ਉਹਨਾਂ ਨੇ ਜਿਹੜਾ ਮਸਲਾ ਉਠਾਇਆ ਇਹ ਔਨ ਰਿਕਾਰਡ ਹੈਗਾ। ਜਿਹੜੇ ਪਹਿਲਾਂ ਚੀਫ ਸੈਕਟਰੀ ਰਹੇ ਨੇ, ਮੈਨੂੰ ਉਹਨਾਂ ਦਾ ਇਸ ਵੇਲੇ ਨਾਂ ਨਹੀਂ ਯਾਦ, ਉਹ ਬਾਅਦ ਚੋਂ ਸਿਵਲ ਐਵੀਏਸ਼ਨ ਡਿਪਾਰਟਮੈਂਟ ਸੈਕਟਰੀ ਰਹੇ ਔਰ ਉਹਨਾਂ ਨੇ ਔਨ ਰਿਕਾਰਡ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਜਦੋਂ ਮੈਂ ਪੰਜਾਬ ਦੇ ਕੋਲ ਪ੍ਰਪੋਜ਼ਲ ਭੇਜੀ ਕਿ ਆਪਣੇ 에ਅਰਪੋਰਟਸ ਦੀ ਡਿਵੈਲਪਮੈਂਟ ਲਈ ਕੋਈ ਪ੍ਰਪੋਜ਼ਲ ਭੇਜੋ, ਤੇ ਇਹਨਾਂ ਨੇ ਸਿਰਫ ਮੋਹਾਲੀ 에ਅਰਪੋਰਟ ਦੀ ਪ੍ਰਪੋਜ਼ਲ ਭੇਜਤੀ। ਹਰ ਵਾਰੀ ਜਦੋਂ ਅਸੀਂ ਕੋਈ ਮੋਹਾਲੀ ਜਾਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ, ਲੋਕ ਸ਼ਾਇਦ ਸਮਝਦੇ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਚੰਡੀਗੜ੍ਹ ਜਾਂ ਮੋਹਾਲੀ ਤੋਂ। ਮੇਨ ਗੱਲ ਇਹ ਹੈ ਕਿ ਪੰਜਾਬ ਦੀ ਸਰਕਾਰ, ਈਵਨ ਸੁਖਬੀਰ ਬਾਦਲ, ਹਰਸਿਮਰਤ ਬਾਦਲ ਹੋਣਾ ਨੇ ਵੀ ਕਦੀ ਵੀ ਜੋ ਹੈ ਗੱਲ ਜੋ ਅੰਮ੍ਰਿਤਸਰ ਦੀ ਹੈ ਉਹ ਕਿਸੇ ਬਹੁਤ ਹੀ ਢੁਕਵੇਂ ਢੰਗ ਨਾਲ ਸੈਂਟਰ ਦੇ ਵਿੱਚ ਨਹੀਂ ਰੱਖੀ। ਉਹ ਮੋਹਾਲੀ ਨੂੰ ਹੀ ਪ੍ਰਮੋਟ ਕਰਦੇ ਰਿਹਾ। ਮੋਹਾਲੀ 에ਅਰਪੋਰਟ ਤੇ ਹੈ ਹੀ ਉਹਨਾਂ ਦੀ ਦੇਣ ਕਿ ਜ਼ਮੀਨ ਅਕਵਾਇਰ ਕਰਕੇ ਤੇ ਜਿਹੜਾ ਪ੍ਰੋਜੈਕਟ ਹੈ ਹਰਿਆਣੇ ਦੇ ਨਾਲ ਰਲ ਕੇ ਬਣਾਇਆ। ਚੰਡੀਗੜ੍ਹ 'ਚ 에ਅਰਪੋਰਟ ਬਣਨਾ ਚਾਹੀਦਾ, ਜ਼ਰੂਰ ਬਣਨਾ ਚਾਹੀਦਾ, ਉੱਥੋਂ ਫਲਾਈਟਸ ਵੀ ਚੱਲਣੀਆਂ ਚਾਹੀਦੀਆਂ, ਪੰਜਾਬ ਦੀ ਰਾਜਧਾਨੀ ਹੈ। ਪਰ ਜਿਹੜਾ ਇਸ ਵੇਲੇ ਮੋਸਟ ਇੰਪੋਰਟੈਂਟ ਸ਼ਹਿਰ ਹੈ, ਸਿੱਖੀ ਦਾ ਧੁਰਾ ਹੈ, ਇੰਨੇ ਪਿਲਗ੍ਰਿਮਸ ਆਉਂਦੇ ਆ, ਲੋਕ ਪੰਜਾਬ ਨੂੰ ਜਾਣਾ ਚਾਹੁੰਦੇ ਆ ਔਰ ਉਹ ਹਿਮਾਚਲ ਨੂੰ ਵੀ ਲੱਗਦਾ ਹੈ, ਜੰਮੂ ਕਸ਼ਮੀਰ ਨੂੰ ਵੀ ਲੱਗਦਾ ਹੈ, ਉੱਥੋਂ ਅੱਗੇ ਫਲਾਈਟਸ ਉੱਥੋਂ ਲਈ ਚਲਾਈਆਂ ਜਾ ਸਕਦੀਆਂ ਤੇ ਪੰਜਾਬ ਦੀ ਡਿਵੈਲਪਮੈਂਟ ਇੱਕ ਅਹਿਮ ਰੋਲ ਉਹ ਪਲੇ ਕਰ ਸਕਦਾ। ਉਹਦੇ ਲਈ ਕੋਈ ਵੀ ਸਰਕਾਰ ਜੋ ਹੈ, ਭਾਵੇਂ ਕਿ ਉਹ ਸੁਖਬੀਰ ਬਾਦਲ ਹੋਣਾ ਦੀ ਹੋਵੇ, ਭਾਵੇਂ ਕੈਪਟਨ ਸਾਹਿਬ ਦੀ ਹੋਵੇ, ਤੇ ਹੁਣ ਭਗਵੰਤ ਮਾਨ ਸਾਹਿਬ ਵੀ ਅੰਮ੍ਰਿਤਸਰ ਬਾਰੇ ਹਾਂ ਦਾ ਨਾਰਾ ਜਿਹੜਾ ਉਹ ਨਹੀਂ ਮਾਰ ਰਹੇ। ਇਹ ਬੜੀ ਨਮੋਸ਼ੀ ਸਾਨੂੰ ਮਹਿਸੂਸ ਹੁੰਦੀ ਹੈ ਕਿਉਂਕਿ ਸੈਂਟਰ ਦੀ ਸਰਕਾਰ ਪੰਜਾਬ ਨੂੰ ਤਾਂ ਹੀ ਕੁਝ ਦੇਗੀ ਕਿ ਜੇ ਪੰਜਾਬ ਦੀ ਸਰਕਾਰ ਉਹਨਾਂ ਕੋਲ ਜਾ ਕੇ ਕੁਝ ਮੰਗੇਗੀ। ਹੁਣ ਜਿਵੇਂ ਦੁਵੱਲੇ ਹਵਾਈ ਸਮਝੌਤਿਆਂ 'ਚ ਕੋਈ ਨਵੇਂ ਸ਼ਹਿਰ ਐਡ ਕਰਨ ਦੀ ਗੱਲ ਹੈ, ਇਹ ਗੱਲ ਵੇਖੋ ਬੜੀ ਇੱਕ ਕਮਾਲ ਦੀ ਗੱਲ ਹੈ ਕਿ ਕੇਰਲਾ ਵੀ ਪੰਜਾਬ ਵਾਂਗੂ ਇੱਕ ਛੋਟੀ ਸਟੇਟ ਹੈ, ਉਹਨਾਂ ਦੇ ਐਮਪੀਆਂ ਨੇ ਇਹ ਮਾਮਲਾ ਜੋ ਹੈ ਬੜੇ ਭਰਵੇਂ ਢੰਗ ਨਾਲ, ਬੜੇ ਸੁਚੱਜੇ ਢੰਗ ਨਾਲ ਪਾਰਲੀਮੈਂਟ ਵਿੱਚ ਉਠਾਇਆ ਔਰ ਉਹਨਾਂ ਨੇ ਆਪਣੇ ਕਿੰਨੇ 에ਅਰਪੋਰਟ, 3 ਕਿ 4 에ਅਰਪੋਰਟ ਨੇ ਜਿਹੜੇ ਇੰਟਰਨੈਸ਼ਨਲ ਫਲਾਈਟਸ ਉੱਥੋਂ ਚੱਲਦੀਆਂ ਨੇ, ਭਾਵੇਂ ਕਿ ਉਹ ਗਲਫ ਕੰਟਰੀਜ਼ ਨੂੰ ਜਾਂਦੀਆਂ ਨੇ ਤੇ ਭਾਵੇਂ ਸਾਊਥ ਈਸਟ ਏਸ਼ੀਅਨ ਕੰਟਰੀਜ਼ ਨੂੰ ਜਾਂਦੀਆਂ ਨੇ, ਬਟ ਉਹਨਾਂ ਦੇ 에ਅਰਪੋਰਟ ਜੋ ਨੇ ਉਹ ਕਨੈਕਟਡ ਨੇ। ਜਿਹੜੀ ਉਹਨਾਂ ਦੀ ਵਰਕਫੋਰਸ ਹੈ ਜੋ ਬਾਹਰ ਰਹਿੰਦੀ ਆ, ਉਹ ਆਰਾਮ ਨਾਲ ਆਪਣੇ ਘਰਾਂ ਨੂੰ ਆ ਸਕਦੀ ਹੈ। ਸੋ ਜੇ ਕੇਰਲਾਈਟ ਐਮਪੀ ਇਹ ਕਰ ਸਕਦੇ ਆ ਤੇ ਪੰਜਾਬੀ ਐਮਪੀ ਇਕੱਠੇ ਹੋ ਗਏ, ਇੱਕ ਤੇ ਇਹਨਾਂ ਨੂੰ ਹਮੇਸ਼ਾ ਇਹ ਪਾਰਟੀਬਾਜ਼ੀ ਦੇ ਵਿੱਚ, ਆਪਸ ਦੇ ਵਿੱਚ ਖੈਬੜਬਾਜ਼ੀ 'ਚ ਰਹਿੰਦੇ ਆ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਪੰਜਾਬ ਲਈ ਸੋਚਣਾ ਚਾਹੀਦਾ ਹੈ, ਤਾਂ ਹੀ ਕੁਝ ਪੰਜਾਬ ਦਾ ਭਲਾ ਹੋ ਸਕਦਾ। ਇਹ ਢਿੱਲੋਂ ਸਾਹਿਬ, ਜਿਹੜਾ ਕਈ ਲੋਕ ਇਹ ਸੋਚਦੇ ਨੇ ਕਿ ਜਦੋਂ ਕਿਸਾਨ ਐਜੀਟੇਸ਼ਨ ਚੱਲੀ ਐਡੀ ਵੱਡੀ ਇੰਡੀਆ ਦੇ ਵਿੱਚ, ਉਦੋਂ ਕਿਉਂਕਿ ਕੈਨੇਡਾ ਦੇ ਲੋਕਾਂ ਨੇ ਬਹੁਤ ਸਪੋਰਟ ਕੀਤੀ, ਤੇ ਉਸ ਤੋਂ ਇਲਾਵਾ ਇੱਕ ਇੱਥੇ ਖਾਲਿਸਤਾਨ ਰੈਫਰੈਂਡਮ ਦਾ ਇਸ਼ੂ ਬੜਾ ਭਖਦਾ ਰਹਿੰਦਾ ਹੈ। ਸ਼ਾਇਦ ਕਈ ਲੋਕਾਂ ਨੂੰ ਲੱਗਦਾ ਵੀ ਇਹਨਾਂ ਦੋ ਇਸ਼ੂਜ਼ ਕਰਕੇ ਇੰਡੀਅਨ ਗਵਰਨਮੈਂਟ ਪੰਜਾਬੀਆਂ ਨਾਲੋਂ ਖਾਰ ਖਾਂਦੀ ਆ, ਸੋਰਟ ਆਫ, ਇਸ ਕਰਕੇ ਨਹੀਂ ਇਹ ਹੋ ਰਿਹਾ। ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ? ਵੇਖੋ, ਜਿੰਨਾ ਚਿਰ ਤੱਕ ਕੋਈ ਪ੍ਰਤੱਖ ਪ੍ਰੂਫ ਨਾ ਹੋਏ
ਇਹ ਕਿਹਾ ਨਹੀਂ ਜਾ ਸਕਦਾ ਕਿ ਇਦਾਂ ਹੋ ਰਿਹਾ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਹੈਗਾ ਕਿ ਰੈਫਰੈਂਡਮ ਤੇ ਯੂਕੇ 'ਚ ਵੀ ਹੋਇਆ, ਰੈਫਰੈਂਡਮ ਇਟਲੀ 'ਚ ਵੀ ਹੋਇਆ। ਉਹਨਾਂ ਦੋਵਾਂ ਮੁਲਕਾਂ ਨੂੰ ਅੰਮ੍ਰਿਤਸਰ ਤੋਂ ਫਲਾਈਟਸ ਜਾ ਰਹੀਆਂ ਨੇ। ਇਟਲੀ ਨੂੰ ਤੇ ਹੁਣੇ ਨਵੀਂ ਫਲਾਈਟ ਸ਼ੁਰੂ ਹੋਈ ਹੈ ਸਪਾਈਸ ਜੈਟ ਦੀ, ਫਿਰ ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਕਿੱਦਾਂ ਪਰਮਿਸ਼ਨ ਦਿੱਤੀ? ਇਟਲੀ ਤੋਂ ਜਿਹੜੀ ਫਲਾਈਟ ਦੀ ਪਰਮਿਸ਼ਨ ਆ ਉਹ ਬਿਲਕੁਲ ਨਵੀਂ ਦਿੱਤੀ ਆ। ਅੰਮ੍ਰਿਤਸਰ ਤੇ ਹਵਾਈ ਸਮਝੌਤਿਆਂ 'ਚ ਵੀ ਪਹਿਲਾਂ ਮੌਜੂਦ ਨਹੀਂ ਸੀ, ਉਹ ਨਵਾਂ ਐਡ ਕੀਤਾ ਗਿਆ। ਹੋ ਸਕਦਾ ਹੈ ਗਵਰਨਮੈਂਟ ਦੇ ਵਿੱਚ ਕੋਈ ਇਸ ਗੱਲ ਬਾਰੇ ਖਟਾਸ ਹੋਵੇ, ਬਟ ਗੱਲ ਇੱਥੇ ਵੀ ਆ ਕੇ ਰੁਕਦੀ ਹੈ ਕਿ ਜੇ ਤੁਸੀਂ ਕੋਈ ਚੀਜ਼ ਮੰਗੋਗੇ ਨਹੀਂ, ਫਿਰ ਤੁਸੀਂ ਉਹਦਾ ਜੋ ਮਰਜ਼ੀ ਕਾਰਨ ਦੇਈ ਜਾਓ ਕਿ ਇੰਡੀਅਨ ਸਰਕਾਰ ਨੇ ਨਹੀਂ ਦਿੱਤਾ। ਬਹੁਤ ਸਾਲ ਦੇਖੋ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇਣਾ। ਬਹੁਤ ਸਾਲ ਲੋਕ ਇੱਥੇ ਇਹ ਸੋਚਦੇ ਰਹੇ ਕਿ ਇੰਡੀਅਨ ਸਰਕਾਰ ਫਲਾਈਟਾਂ ਨਹੀਂ ਆਉਣ ਦਿੰਦੀ, ਤੇ ਜਦੋਂ ਅਸੀਂ ਪਟੀਸ਼ਨ ਪਾਰਲੀਮੈਂਟ 'ਚ ਖੜੀ ਤੇ ਗੱਲ ਕੀ ਨਿਕਲ ਕੇ ਆਈ ਵੀ ਕੈਨੇਡਾ ਨੇ ਤੇ ਅੰਮ੍ਰਿਤਸਰ ਕਦੀ ਮੰਗਿਆ ਹੀ ਨਹੀਂ, ਤੇ ਅੰਮ੍ਰਿਤਸਰ ਕੈਨੇਡਾ ਤੋਂ ਹਵਾਈ ਸਮਝੌਤਿਆਂ ਦੇ ਵਿੱਚ ਐਡਿਡ ਹੀ ਨਹੀਂ ਆ। ਜਦੋਂ ਕਿ ਇੰਡੀਆ ਤੋਂ ਫਲਾਈਟ ਸਿੱਧੀ ਅੰਮ੍ਰਿਤਸਰ ਤੋਂ ਉੱਡ ਕੇ ਅੱਗੇ ਆਉਂਦੀ ਰਹੀ ਆ। ਅੰਮ੍ਰਿਤਸਰ ਬਰਮਿੰਗਮ ਟੋਰਾਂਟੋ, ਅੰਮ੍ਰਿਤਸਰ ਲੰਡਨ ਟੋਰਾਂਟੋ, ਅੰਮ੍ਰਿਤਸਰ ਟੋਰਾਂਟੋ। ਜੈਟ ਏਅਰਵੇਜ਼ ਵੀ ਫਲਾਈ ਕਰਦੀ ਰਹੀ ਆ ਤੇ ਏਅਰ ਇੰਡੀਆ ਵੀ ਫਲਾਈ ਕਰਦੀ ਰਹੀ ਆ। ਸੋ ਇੰਡੀਆ ਨੂੰ ਤੇ ਪਰਮਿਸ਼ਨ ਦੀ ਕੋਈ ਪ੍ਰੋਬਲਮ ਨਹੀਂ ਆ। ਕੈਨੇਡਾ ਨੇ ਜਦੋਂ ਐਡ ਹੀ ਨਹੀਂ ਕਰਾਇਆ ਔਰ ਆਪਣਾ ਕੇਸ ਫੋਰਸਫੁਲੀ ਜਾਂ ਵਿਦ ਬਿਜ਼ਨਸ ਰੀਜ਼ਨਸ ਜਾਂ ਢੁਕਵੇਂ ਢੰਗ ਨਾਲ ਪੇਸ਼ ਨਹੀਂ ਕੀਤਾ, ਇਹ ਤਾਂ ਹੁਣ ਮੰਤਰੀ ਸਾਹਿਬਾਨ ਹੀ ਦੱਸ ਸਕਦੇ ਨਾ ਵੀ ਇੰਡੀਆ ਨੇ ਨਹੀਂ ਜੀ ਮੈਨੂੰ ਨਾ ਕੀਤੀ ਆ। ਅਸੀਂ ਤਾਂ ਇਹੀ ਸਮਝਾਂਗੇ ਕਿ ਇਹ ਜੋ ਪ੍ਰੋਬਲਮ ਦੋਵੇਂ ਸਾਈਡ ਤੋਂ ਹੈ। ਮੈਂ ਕਹੂੰਗਾ ਸਿਰਫ ਅਸੀਂ ਇੰਡੀਅਨ ਸਰਕਾਰ ਦੇ ਉੱਤੇ ਇਲਜ਼ਾਮ ਜੋ ਹੈ ਲਾ ਸਕਦੇ ਹਾਂ, ਬਟ ਜੇ ਸਾਡੇ ਕੋਲ ਕੋਈ ਪ੍ਰਤੱਖ ਉਹਦਾ ਪ੍ਰੂਫ ਹੋਏ ਤਾਂ ਹੀ ਕਹਿ ਸਕਦੇ ਹਾਂ। ਢਿੱਲੋਂ ਸਾਹਿਬ, ਮੈਂ ਫਾਈਨਲੀ ਤੁਹਾਡੇ ਤੋਂ ਇਹ ਚਾਹੂੰਗਾ ਕਿ ਤੁਸੀਂ ਇਹ ਅਪੀਲ ਜ਼ਰੂਰ ਕਰੋ ਵੀ ਸਾਡੇ ਜਿਹੜੇ ਇੱਥੇ ਕੈਨੇਡਾ 'ਚ ਕਮਿਊਨਿਟੀ ਦੇ ਐਮਪੀ ਨੇ ਉਹ, ਤੇ ਪੰਜਾਬ ਦੇ ਐਮਪੀ ਉਹ, ਤੇ ਉਸ ਤੋਂ ਇਲਾਵਾ ਜਿਹੜੀ ਪੰਜਾਬ ਗਵਰਨਮੈਂਟ ਹੈ ਉਹਦੇ ਬਾਰੇ 'ਚ ਕੀ ਰੋਲ ਅਦਾ ਕਰੇ ਤਾਂ ਕਿ ਫਿਊਚਰ 'ਚ ਇਹ ਮਸਲਾ ਹੱਲ ਹੋ ਜਾਏ। ਦੇਖੋ, ਇਹਦੇ 'ਚ ਮੈਂ 3-4 ਗੱਲਾਂ ਬਹੁਤ ਜ਼ਰੂਰੀਆਂ ਕਹਿਣਾ ਚਾਹਾਂਗਾ। ਪਹਿਲਾਂ ਮੈਂ ਪੰਜਾਬ ਸਰਕਾਰ ਤੋਂ ਸ਼ੁਰੂ ਕਰਾਂਗਾ ਗੱਲ। ਪੰਜਾਬ ਸਰਕਾਰ ਦੇ ਨੁਮਾਇੰਦੇ ਜਦੋਂ ਜੋ ਵੀ ਇਸ ਪ੍ਰੋਗਰਾਮ ਨੂੰ ਸੁਣਦੇ ਹੋਣ ਜਾਂ ਆਮ ਆਦਮੀ ਪਾਰਟੀ ਦੇ ਕੋਈ ਵੀ ਹਮਾਇਤੀ ਇਸ ਪ੍ਰੋਗਰਾਮ ਨੂੰ ਸੁਣਨ, ਉਹ ਸਰਕਾਰ ਤੱਕ, ਭਗਵੰਤ ਮਾਨ ਸਾਹਿਬ ਤੱਕ ਇਹ ਗੱਲ ਪਹੁੰਚਾਉਣ ਕਿ ਅੰਮ੍ਰਿਤਸਰ ਦਾ 에ਅਰਪੋਰਟ ਇੱਕ ਇੰਪੋਰਟੈਂਟ 에ਅਰਪੋਰਟ ਹੈ, ਉਹ ਆਲਰੇਡੀ ਡਿਵੈਲਪਡ 에ਅਰਪੋਰਟ ਹੈ। ਪੰਜਾਬ ਗਵਰਨਮੈਂਟ ਇਹ ਕਹਿੰਦੀ ਹੈ ਕਿ ਅਸੀਂ ਕੀ ਸਪੋਰਟ ਕਰ ਸਕਦੇ ਹਾਂ। ਪੰਜਾਬ ਗਵਰਨਮੈਂਟ ਬਹੁਤ ਸਾਰੀਆਂ ਚੀਜ਼ਾਂ ਨੂੰ ਸਪੋਰਟ ਕਰ ਸਕਦੀ ਹੈ। ਏਵੀਏਸ਼ਨ ਟਰਬਾਈਨ ਫਿਊਲ ਜੇ ਹੈ ਉਹਦੇ ਤੇ ਵੈਟ ਜੋ ਹੁੰਦੀ ਆ ਉਹ ਘਟਾ ਸਕਦੀ ਆ, ਐਕਸਪੋਰਟ ਦੀ ਪ੍ਰਮੋਸ਼ਨ ਲਈ ਕੰਮ ਕਰ ਸਕਦੀ ਆ, ਏਅਰਲਾਈਨਾਂ ਨੂੰ ਕੰਸੈਸ਼ਨ ਦੇ ਸਕਦੀ ਆ। ਔਰ ਚੰਡੀਗੜ੍ਹ 에ਅਰਪੋਰਟ ਦੀ ਗੱਲ ਕਰਦੇ ਆ, ਅੰਮ੍ਰਿਤਸਰ 에ਅਰਪੋਰਟ ਦੀ ਪਹਿਲਾਂ ਕਰਨ। ਇਹ ਇੱਥੇ ਦੱਸਣਾ ਬਣਦਾ ਹੈ ਕਿ G20 ਸਮਿਟ ਜੋ ਹੈ ਉਹਦੇ ਕੁਝ ਸੰਮੇਲਨ ਜੋ ਹੈ ਅੰਮ੍ਰਿਤਸਰ 'ਚ ਹੋਣ ਜਾ ਰਹੇ ਹਨ। ਸੋ ਅੰਮ੍ਰਿਤਸਰ ਦਾ 에ਅਰਪੋਰਟ ਦੇ ਇੱਕ ਬੜਾ ਇੰਪੋਰਟੈਂਟ ਰੋਲ ਪਲੇ ਕਰੇਗਾ। ਔਰ ਆਉਣ ਵਾਲੇ ਸਮੇਂ 'ਚ ਸੈਂਟਰਲ ਏਸ਼ੀਆ ਔਰ ਦੂਸਰੇ ਕੰਟਰੀ ਨਾਲ ਟ੍ਰੇਡ ਐਂਡ ਕਾਮਰਸ ਲਈ, ਕੈਨੇਡਾ ਲਈ ਵੀ ਅੰਮ੍ਰਿਤਸਰ ਇੱਕ ਇੰਪੋਰਟੈਂਟ ਡੈਸਟੀਨੇਸ਼ਨ ਹੈ। ਔਰ ਜਦੋਂ ਲੋਕਾਂ ਦਾ ਆਉਣ ਜਾਣ ਦਾ ਰਾਹ ਖੁੱਲੇਗਾ, ਉਹਦੇ ਨਾਲ ਅੰਮ੍ਰਿਤਸਰ ਦੇ ਇਕੋਨਮੀ ਦੇ ਉੱਤੇ, ਅੰਮ੍ਰਿਤਸਰ ਦੇ ਨਾਲ ਪੰਜਾਬ ਦੀ ਇਕੋਨਮੀ ਦੇ ਉੱਤੇ ਜੋ ਉਹ ਸਿੱਧਾ ਅਸਰ ਪੈਂਦਾ। ਪੰਜਾਬ ਸਰਕਾਰ ਜੋ ਬੱਸਾਂ ਪੰਜਾਬ ਤੋਂ ਦਿੱਲੀ ਚਲਾ ਰਹੀ ਹੈ, ਉਵੇਂ ਦੀਆਂ ਬੱਸਾਂ ਵੱਖ-ਵੱਖ ਸ਼ਹਿਰਾਂ ਤੋਂ ਅੰਮ੍ਰਿਤਸਰ 에ਅਰਪੋਰਟ ਲਈ ਵੀ ਚਲਾਏ, ਤਾਂ ਕਿ ਜੋ ਲੋਕ ਟੈਕਸੀ ਵਗੈਰਾ ਨਹੀਂ ਅਫੋਰਡ ਕਰ ਸਕਦੇ ਜਾਂ ਇਕੱਲੇ ਆਉਂਦੇ ਆ, ਕਿ ਉਹਨਾਂ ਲਈ ਸੌਖਾ ਰਹੇਗਾ ਵੀ ਉਹ ਅੰਮ੍ਰਿਤਸਰ 에ਅਰਪੋਰਟ ਦੇ ਬਾਹਰੋਂ ਏਅਰ ਕੰਡੀਸ਼ਨਡ ਬੱਸ 'ਚ ਬਹਿ ਕੇ ਤੇ 3-4 ਘੰਟਿਆਂ 'ਚ ਆਪਣੇ ਘਰ ਪੰਜਾਬ ਦੇ ਹਰ ਕੋਨੇ 'ਚ ਪਹੁੰਚ ਸਕਣਗੇ। ਇਹ ਪੰਜਾਬ ਸਰਕਾਰ ਇਸ ਤਰ੍ਹਾਂ ਸਪੋਰਟ ਕਰ ਸਕਦੀ ਆ। ਤੇ ਇੱਥੋਂ ਦੇ ਐਮਪੀ ਸਾਹਿਬਾਨ ਜੋ ਹੈ ਉਹ ਗਾਹੇ ਬਗਾਹੇ ਆਉਣ, ਜਦੋਂ ਵੀ ਸੈਸ਼ਨ ਹੋਏ, ਐਮਪੀ ਸਾਹਿਬਾਨ ਮਿਨਿਸਟਰ ਜੋ ਨੇ, ਕਾਮਰਸ ਦੇ ਮਿਨਿਸਟਰ ਨੇ, ਮੈਰੀ ਐਨਜੀ ਨੇ, ਆਪਣੇ ਫਾਈਨੈਂਸ ਮਿਨਿਸਟਰ ਨੇ, ਮਿਨਿਸਟਰ ਆਲ ਗਾਬਰਾ ਨੇ, ਉਹਨਾਂ ਦੇ ਧਿਆਨ 'ਚ ਲਿਆਉਂਦੇ ਰਹਿਣ ਵੀ ਇਹ ਮਸਲਾ ਜੋ ਹੈ ਇਹ ਭਖਦਾ ਮਸਲਾ ਹੈ, ਇਹਦਾ ਹੱਲ ਜ਼ਰੂਰੀ ਆ। ਔਰ ਸਾਡੇ ਜਿਹੜੇ ਜੋ ਸਾਡੀ ਡਾਇਸਪੋਰਾ ਹੈ, ਸਾਡੇ ਪੰਜਾਬੀ ਸਾਰੇ ਕਮਿਊਨਿਟੀ ਜੋ ਕੈਨੇਡਾ ਦੇ ਵਿੱਚ ਰਹਿੰਦੀ ਆ, ਉਹ ਵੀ ਆਪਣੇ ਐਮਪੀ ਸਾਹਿਬਾਨ ਕਿਸੇ ਪਾਰਟੀ ਤੋਂ ਹੋਣ, ਉਹਨਾਂ ਦੇ ਧਿਆਨ ਦੇ ਵਿੱਚ ਜਦੋਂ ਵੀ ਉਹ ਉਹਨਾਂ ਨੂੰ ਮਿਲਣ, ਇਹ ਧਿਆਨ ਦੇ ਵਿੱਚ ਲਿਆਉਂਦੇ ਰਹਿਣ ਕਿ ਇਹ ਬੜਾ ਇੰਪੋਰਟੈਂਟ ਕਮਿਊਨਿਟੀ ਦਾ ਮਸਲਾ ਹੈ, ਇਹ ਮੇਰਾ ਮਸਲਾ ਨਹੀਂ ਹੈ। ਜੇ ਕੋਈ ਕਹੇ ਕਿ ਢਿੱਲੋਂ ਸਾਹਿਬ ਦੇ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਆ ਤੇ ਇਹਨਾਂ ਲਈ ਫਲਾਈਟ ਚੱਲ ਜਾਏਗੀ, ਮੈਂ ਚਾਹੁੰਦਾ ਕਿ ਸਭ ਲਈ ਫਲਾਈਟ ਚੱਲੇ, ਉਹ ਆਪਣੇ ਘਰ ਆਰਾਮ ਨਾਲ ਸੁੱਖ ਸੁਵਿਧਾ ਨਾਲ ਪਹੁੰਚ ਸਕਣ। ਤੇ ਜੇ ਅੰਮ੍ਰਿਤਸਰ 에ਅਰਪੋਰਟ 'ਚੋਂ ਫੈਸਿਲਿਟੀਜ਼ ਮੌਜੂਦ ਨੇ ਉਹਨਾਂ ਨੂੰ ਯੂਜ਼ ਕਰੀਏ ਤੇ ਲੋਕ ਆਰਾਮ ਨਾਲ ਆ ਜਾ ਸਕਣ, ਤੇ ਉਹੀ ਜਿਹੜੇ ਨੰਬਰਸ, ਜਿਹੜੇ ਪੈਸੇਂਜਰ ਨੰਬਰਸ ਨੇ, ਉਹਨਾਂ ਨੂੰ ਅਸੀਂ ਯੂਜ਼ ਕਰਕੇ ਪੰਜਾਬ ਦੇ ਕਿਸੇ ਹੋਰ 에ਅਰਪੋਰਟ ਲਈ ਵੀ ਬਿਜ਼ਨਸ ਕੇਸ ਜਾਂ ਐਡਵੋਕੇਟ ਕਰ ਸਕਦੇ ਹਾਂ। ਜ਼ਰੂਰੀ ਨਹੀਂ ਕਿ ਅਸੀਂ ਫਲਾਈ ਅੰਮ੍ਰਿਤਸਰ ਹੀ ਰਹਿਣਾ, ਅਸੀਂ ਫਲਾਈ ਪੰਜਾਬ ਵੀ ਹੋ ਸਕਦੇ ਹਾਂ। ਤੇ
ਜਿਹੜੀ ਪੰਜਾਬੀ ਡਾਇਸਪੋਰਾ ਉਹਨਾਂ ਲਈ ਇੱਕ ਹੋਰ ਵੀ ਸੰਦੇਸ਼ ਹੈ ਕਿ ਜਦੋਂ ਵੀ ਉਹ ਟਰੈਵਲ ਕਰਨ, ਉਹ ਆਪਣੀ 에ਅਰਲਾਈਨ ਦੇ ਕੋਲੋਂ ਜਾਂ ਘਰੋਂ ਲਿਖ ਕੇ ਲੈ ਜਾਣ 4 ਲਾਈਨਾਂ ਤੇ ਉੱਥੇ 에ਅਰ ਹੋਸਟੈਸ ਨੂੰ ਦੇ ਦੇਣ ਕਿ ਆਪਣੀ 에ਅਰਲਾਈਨ ਤੱਕ ਪਹੁੰਚਾਓ, ਜਾਂ ਉੱਥੇ ਫੀਡਬੈਕ ਫਾਰਮ ਜ਼ਰੂਰ ਲੈਣ, ਆਪਣੇ ਟਰੈਵਲ ਏਜੰਟ ਨੂੰ ਦੱਸਣ ਕਿ ਸਾਨੂੰ ਅੰਮ੍ਰਿਤਸਰ ਲਈ ਫਲਾਈਟਾਂ ਚਾਹੀਦੀਆਂ, ਤਾਂ ਹੀ ਇਕੱਠੇ ਹੋ ਕੇ ਇਹ ਕੰਮ ਹੋ ਸਕਦਾ। ਕਦੀ ਕਦੀ ਸਾਡੀ ਕਮਿਊਨਿਟੀ ਇਹ ਕਰਦੀ ਹੈ ਕਿ ਜੇ ਸਸਤੀ ਫਲਾਈਟ ਮਿਲ ਗਈ ਦਿੱਲੀ ਦੀ, ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਮਹਿੰਗੀਆਂ ਫਲਾਈਟਾਂ ਲੈਣੀਆਂ ਚਾਹੀਦੀਆਂ, ਬਟ ਆਪਣਾ 에ਅਰਪੋਰਟ ਚਲਾਉਣ ਲਈ ਸਾਨੂੰ ਸਭ ਨੂੰ ਇਕੱਠੇ ਹੋ ਕੇ ਲਾਮਬੰਦ ਹੋ ਕੇ ਇਹ ਐਫਰਟ ਕਰਨਾ ਪੈਣਾ। ਔਰ ਅਸੀਂ ਹੁਣ ਆਉਣ ਵਾਲੇ ਸਮੇਂ 'ਚ ਫਿਰ ਕੋਸ਼ਿਸ਼ ਕਰਾਂਗੇ ਵੀ ਜੇ ਇਸ ਮਸਲੇ ਦਾ ਆਉਣ ਵਾਲੇ ਸਮੇਂ 'ਚ ਸਾਨੂੰ ਨਾ ਲੱਗਦਾ ਹੋਇਆ ਵੀ ਕੁਝ ਹੱਲ ਹੋ ਰਿਹਾ, ਅਨਦਰ ਪਟੀਸ਼ਨ ਕੈਨ ਕਮ ਇਨ ਦਾ ਪਾਰਲੀਮੈਂਟ ਐਂਡ ਹੁਣ ਹੋਰ ਐਮਪੀਆਂ ਨੂੰ ਨਾਲ ਲੈ ਕੇ ਚੱਲਾਂਗੇ, ਉਹਨਾਂ ਦੇ ਕੋਲ ਫਿਰ ਜਾਵਾਂਗੇ, ਹਰਜੀਤ ਸੱਜਣ ਜੀ ਉਹਨਾਂ ਕੋਲ ਵੀ ਜਾਵਾਂਗੇ ਕਿ ਤੁਸੀਂ ਮਿਨਿਸਟਰ ਆਫ ਇੰਟਰਨੈਸ਼ਨਲ ਡਿਵੈਲਪਮੈਂਟ ਹੋ, ਇਹ ਇੱਕ ਇੰਟਰਨੈਸ਼ਨਲ ਡਿਵੈਲਪਮੈਂਟ ਦਾ ਮਸਲਾ ਹੈ ਇੰਡੀਆ ਕੈਨੇਡਾ ਰਿਲੇਸ਼ਨਸ ਦਾ, ਔਰ ਇਹਦੇ ਲਈ ਕੰਮ ਕਰਨ। ਔਰ ਅਸੀਂ ਇਹ ਹੰਬਲਾ ਛੱਡਾਂਗੇ ਨਹੀਂ ਜਿੰਨਾ ਜਦ ਤੱਕ ਡਾਇਰੈਕਟ ਫਲਾਈਟ ਸ਼ੁਰੂ ਨਹੀਂ ਹੋ ਜਾਂਦੀ, ਇਹ ਮੇਰਾ ਵਾਅਦਾ ਹੈ। ਢਿੱਲੋਂ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਤੇ ਇਹ ਬਹੁਤ ਸਾਰੀਆਂ ਇਹਦੇ ਬਾਰੇ ਤਮਾਮ ਜਾਣਕਾਰੀ ਦਿੱਤੀ ਹੈ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਮਾਨ ਸਾਹਿਬ ਕਿ ਤੁਸੀਂ ਆਪਣੇ ਸਰੋਤਿਆਂ ਦੇ ਸਨਮੁਖ ਮੈਨੂੰ ਕਰਾਇਆ ਤੇ ਆਪਣੇ ਕੁਝ ਗੱਲਾਂ ਜੋ ਉਹਨਾਂ ਨੂੰ ਨਹੀਂ ਸਨ ਪਤਾ ਉਹਨਾਂ ਨੂੰ ਧਿਆਨ ਵਿੱਚ ਲਿਆਉਣ ਦਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ ਜੀ। ਤੋ ਸਾਥੀਓ, ਇਹ ਸਨ ਅਨੰਤਦੀਪ ਢਿੱਲੋਂ ਜੀ, ਜਿਨ੍ਹਾਂ ਨੇ ਇਹ ਇਸ਼ੂ ਬਾਰੇ तमाम ਜਾਣਕਾਰੀ ਵੀ ਦਿੱਤੀ ਹੈ ਤੇ ਇਹਦਾ ਫਿਊਚਰ 'ਚ ਹੱਲ ਕਿਵੇਂ ਹੋ ਸਕਦਾ ਹੈ ਉਹਦੇ ਬਾਰੇ ਵੀ ਦੱਸਿਆ ਹੈਗਾ। ਉਮੀਦ ਹੈ ਇਹ ਇੰਟਰਵਿਊ ਤੁਹਾਨੂੰ ਪਸੰਦ ਆਏਗੀ। ਕਮੈਂਟ ਕਰਕੇ ਜ਼ਰੂਰ ਦੱਸਣਾ, ਸਾਨੂੰ ਇੰਤਜ਼ਾਰ ਰਹੇਗਾ। ਅੱਗੇ ਤੋਂ ਵੀ ਇਸੇ ਤਰੀਕੇ ਕਿਸੇ ਹੋਰ ਇਸ਼ੂ ਨੂੰ ਲੈ ਕੇ ਕਿਸੇ ਹੋਰ ਸ਼ਖਸੀਅਤ ਨਾਲ ਤੁਹਾਡੇ ਰੂਬਰੂ ਹੋਵਾਂਗੇ। ਇਜਾਜ਼ਤ ਦਿਓ, ਧੰਨਵਾਦ।